ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨੋ ਕਥਾ ਗੁਰ ਕੀ ਰੁਚਿਰ, ਜਿਮ ਸੰਗ ਰਾਮ ਪਰ ਸੰਗ। ਮਨ ਬਾਚਿਤ ਪ੍ਰਾਪਤ ਕਰੇ, ਪੁੰਨ ਮੈਦ ਅਗ ਭੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ ਹੋ। ਇਹ ਉਹ ਵੇਲਾ ਹੈ ਜਿਹੜਾ ਸੱਚਖੰਡ ਵਿਖੇ ਸਾਡੀ ਸਾਰਿਆਂ ਦੀ ਹਾਜ਼ਰੀ ਲਵਾ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਸੱਚਖੰਡ ਦਾ ਨਜ਼ਾਰਾ ਹੈ। ਜੋ ਨਿਰੰਕਾਰ ਦੇ ਘਰ ਵਿੱਚ ਸੱਚਖੰਡ 'ਚ ਵਰਤਾਰਾ ਵਰਤਦਾ ਹੈ, ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਉੱਥੇ ਮਾਣਿਆ ਹੈ, ਉਸ ਨੂੰ ਇਸ ਮਾਤ ਲੋਕ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਧ ਸੰਗਤ ਦੇ ਰੂਪ ਵਿੱਚ ਸਤਿਗੁਰਾਂ ਨੇ ਪ੍ਰਗਟ ਕੀਤਾ, ਜਿੱਥੇ ਕਥਾ ਤੇ ਕੀਰਤਨ ਦਾ ਪ੍ਰਵਾਹ ਚੱਲਦਾ। ਉਹ ਬੈਕੁੰਠ ਹੈ ਜਿੱਥੇ ਕਥਾ ਤੇ ਕੀਰਤਨ ਹੁੰਦਾ। ਬੈਕੁੰਠ ਦਾ ਮਤਲਬ ਹੁੰਦਾ ਜਿੱਥੇ ਕੁੰਠਾ ਤੋਂ ਰਹਿਤ ਅਵਸਥਾ ਹੋਵੇ। ਕੁੰਠਾ ਕਹਿੰਦੇ ਆ ਕਿਸੇ ਪ੍ਰਕਾਰ ਦੀ ਫਿਕਰ ਨੂੰ, ਚਿੰਤਾ ਨੂੰ। ਜਿੱਥੇ ਆ ਕੇ ਕੋਈ ਫਿਕਰ, ਕੋਈ ਚਿੰਤਾ ਨਾ ਰਹੇ, ਉਹਨੂੰ ਕਹਿੰਦੇ ਨੇ ਬੈਕੁੰਠ। ਤੇ ਸਾਧ ਸੰਗਤ ਵਿੱਚ ਜਿੱਥੇ ਕਥਾ ਹੋਵੇ, ਕੀਰਤਨ ਹੋਵੇ, ਗੁਰਬਾਣੀ ਵਿੱਚ ਗੁਰਦੇਵ ਨੇ ਤਿਸ ਨੂੰ ਬੈਕੁੰਠ ਕਿਹਾ। ਸਭ ਦੀ ਹਾਜ਼ਰੀ ਬੈਕੁੰਠ ਵਿੱਚ ਲੱਗ ਰਹੀ ਹੈ। ਰੱਬੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਆਪ ਜੀ ਤਤਪਰ ਹੋ ਕੇ, ਸਾਵਧਾਨ ਹੋ ਕੇ ਜੁੜ ਬੈਠੇ ਹੋ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਚੱਲ ਰਹੀ ਹੈ। ਮੰਗਲ ਪਿੱਛੇ ਆਪਾਂ ਕੱਲ੍ਹ ਦੀ ਕਥਾ 'ਚ ਸਰਵਣ ਕੀਤੇ ਨੇ 10 ਪਾਤਸ਼ਾਹੀਆਂ ਦੇ ਮੰਗਲ, ਕਿਉਂਕਿ ਰਾਸ 6ਵੀਂ ਪ੍ਰਾਰੰਭ ਹੋ ਰਹੀ ਹੈ। ਇਸ ਗ੍ਰੰਥ ਨੂੰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਕਹਿੰਦੇ ਨੇ। ਤੇ ਜਿਵੇਂ ਸੂਰਜ ਦੀਆਂ 12 ਰਾਸਾਂ ਹੁੰਦੀਆਂ, ਹਰ ਮਹੀਨੇ ਸੰਕਰਾਂਤ ਵਾਲੇ ਦਿਨ ਇੱਕ ਰਾਸ 'ਚੋਂ ਨਿਕਲ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ, ਤੇ ਉਹ 12 ਰਾਸਾਂ ਸਾਲ ਵਿੱਚ ਤੈਅ ਕਰਦਾ। ਜਿੱਥੇ ਸੂਰਜ ਦੇ 12 ਮਹੀਨਿਆਂ 'ਚ 12 ਰਾਸਾਂ ਦਾ ਵੇਰਵਾ, ਉੱਥੇ ਉਸੇ ਇੱਕ ਸਾਲ ਵਿੱਚ 12 ਮਹੀਨਿਆਂ 'ਚ 6 ਰੁੱਤਾਂ ਆਉਂਦੀਆਂ। ਜਿੱਥੇ 6 ਰੁੱਤਾਂ ਨੇ, ਉੱਥੇ 2 ਐਨ ਹੁੰਦੇ ਸਾਲ ਵਿੱਚ 12 ਮਹੀਨਿਆਂ 'ਚ। 6 ਮਹੀਨਿਆਂ ਦੇ, ਇੱਕ ਦਖਨਾਇਣ, ਇੱਕ ਉੱਤਰਾਇਣ। ਭਾਈ ਸਾਹਿਬ ਜੀ ਨੇ ਕਥਾ ਸੂਰਜ ਪ੍ਰਕਾਸ਼ ਦੇ ਰੂਪ 'ਚ ਇਸੇ ਤਰ੍ਹਾਂ ਲਿਖੀ ਹੈ। 12 ਰਾਸਾਂ ਨੇ, 6 ਹੀ ਰੁੱਤਾਂ ਨੇ ਇਸ ਗ੍ਰੰਥ ਦੀਆਂ, ਔਰ 2 ਐਨ ਨੇ ਜੋ ਅਖੀਰ 'ਚ ਜਾ ਕੇ ਸਮਾਪਤੀ ਹੁੰਦੀ। 12 ਰਾਸਾਂ ਵਿੱਚ ਗੁਰੂ ਸਾਹਿਬਾਂ ਦਾ ਇਤਿਹਾਸ ਵਰਣਨ ਹੋ ਰਿਹਾ 9ਵੇਂ ਪਾਤਸ਼ਾਹ ਤੱਕ। ਪਹਿਲੇ ਪਾਤਸ਼ਾਹ ਤੋਂ ਲੈ ਕੇ 9ਵੇਂ ਗੁਰਦੇਵ ਤੱਕ 12 ਰਾਸਾਂ 'ਚ ਵਰਣਨ ਹੈ। ਫਿਰ ਅੱਗੇ 10ਵੇਂ ਪਾਤਸ਼ਾਹ ਜੀ ਦੀ ਕਥਾ, ਉਹ ਫਿਰ ਰੁੱਤਾਂ ਦੇ ਵਿੱਚ ਵਰਣਨ ਹੋ ਕੇ ਚੱਲਦੀ। 9ਵੇਂ ਪਾਤਸ਼ਾਹ ਦੇ ਕੁਝ ਪ੍ਰਸੰਗ, ਕੁਝ 10ਵੇਂ ਪਾਤਸ਼ਾਹ ਦੇ। ਤੋ ਇਸ ਪ੍ਰਕਾਰ ਨਾਲ ਇੱਥੇ ਅੱਜ 6ਵੀਂ ਰਾਸ ਕੱਲ੍ਹ ਪ੍ਰਾਰੰਭ ਹੋਈ ਸੀ, ਜਿਹਦੇ ਵਿੱਚ ਆਪਾਂ ਸਾਰਿਆਂ ਨੇ ਕੱਲ੍ਹ ਮੰਗਲ ਵਿਚਾਰੇ ਨੇ। ਮੰਗਲਾਂ ਦੀ ਕਥਾ ਤੋਂ ਉਪਰੰਤ ਅੱਗੇ ਕਥਾ ਪ੍ਰਾਰੰਭ ਹੋ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰੀਏ,
ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨੋ ਕਥਾ ਗੁਰ ਕੀ ਰੁਚਿਰ ਜਿਮ ਸੰਗਰਾਮ ਪ੍ਰਸੰਗ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੁਣੋ ਭਾਈ ਕਥਾ ਗੁਰੂ ਸਾਹਿਬ ਦੀ ਬੜੀ ਪਿਆਰੀ ਕਥਾ ਹੈ, ਸੁੰਦਰ ਕਥਾ ਹੈ, ਜਿਹਦੇ ਵਿੱਚ ਹੁਣ ਵਰਣਨ ਹੋਵੇਗਾ ਕਿ ਸੰਗਰਾਮ ਕਹਿੰਦੇ ਨੇ ਯੁੱਧ ਨੂੰ, ਜੰਗ ਨੂੰ। ਜਿਵੇਂ ਸਤਿਗੁਰੂ ਜੀ ਨੇ ਜੰਗ ਦੀ ਆਰੰਭਤਾ ਕੀਤੀ, ਜੰਗ ਲੜਿਆ, ਸਭ ਤੋਂ ਪਹਿਲਾ ਜੰਗ ਗੁਰਸਿੱਖਾਂ ਦੀ ਸਭ ਤੋਂ ਪਹਿਲੀ ਜੰਗ ਜਿਹੜੀ ਰਣ ਭੂਮੀ 'ਚ ਲੜੀ ਗਈ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੋਹਗੜ੍ਹ ਸਾਹਿਬ ਵਾਲੇ ਸਥਾਨ ਤੇ। ਭਾਈ ਸਾਹਿਬ ਕਹਿੰਦੇ ਹੁਣ ਉਹਦਾ ਵਰਣਨ, ਜੰਗ ਯੁੱਧਾਂ ਦਾ ਵਰਣਨ ਉਹ ਤੁਹਾਨੂੰ ਸਰਵਣ ਕਰਾਉਂਦੇ ਹਾਂ, ਸੁਣੋ ਭਾਈ। ਮਨ ਬਾਚਿਤ ਪ੍ਰਾਪਤ ਕਰੇ ਪੁੰਨ ਮੈਦ ਅਗ ਭੰਗ। ਇਹ ਉਹ ਕਥਾ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਮਨਵਾਂਛਿਤ ਫਲਾਂ ਦੀ ਪ੍ਰਾਪਤੀ ਹੋਵੇਗੀ। ਜਿਸ ਨੂੰ ਸੁਣ ਕੇ ਤੁਹਾਡੇ ਮਨਵਾਂਛਿਤ ਫਲਾਂ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ ਔਰ ਬੜੇ ਵੱਡੇ ਪੁੰਨ ਦੀ ਪ੍ਰਾਪਤੀ ਹੋਵੇਗੀ। ਮਹਿਦ ਪ੍ਰਸੰਗ, ਇਹ ਬੜੇ ਵੱਡੇ ਮਹਾਨ ਪ੍ਰਸੰਗ ਨੇ ਸਤਿਗੁਰਾਂ ਦੇ, ਜਿਸ ਨੂੰ ਸੁਣ ਕੇ ਸਾਰੇ ਪਾਪ ਨਸ਼ਟ ਹੋ ਜਾਣਗੇ। ਸਵਈਆ ਏਕ ਸਮੇ ਹਰ ਗੋਬਿੰਦ ਜੀ ਨਿਜ ਮੰਦਰ ਸੁੰਦਰ ਬੀਚ ਥੇਰੇ। ਇੱਕ ਦਿਨ ਦਾ ਬਚਨ ਹੈ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਮਹਿਲਾਂ 'ਚ, ਜਿੱਥੇ ਸਤਿਗੁਰਾਂ ਦਾ ਖਾਸ ਮਹਿਲ ਹੈ, ਮਹਾਰਾਜ ਜੀ ਬਿਰਾਜਦੇ ਸਨ, ਸੁਖ ਲੈਂਦੇ ਸਨ, ਸੁਖਾਸਣ ਵਾਲਾ ਸਥਾਨ ਮਹਾਰਾਜ ਜੀ ਦਾ। ਸਤਿਗੁਰੂ ਜੀ ਉੱਥੇ ਬਿਰਾਜਮਾਨ ਸਨ, ਆਪਣੇ ਮੰਦਰਾਂ ਦੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਹਨ, ਇਕਾਂਤ ਵਿੱਚ ਹਨ। ਕੋ ਨਾ ਸਮੀਪ ਮਹੀਪ ਜੋਥੇ ਨਰ ਅੰਦਰ ਆਵਨ ਬੰਦ ਕਰੇ। ਸਤਿਗੁਰੂ ਜੀ ਦੇ ਕੋਲ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਸੀ ਉਸ ਵੇਲੇ, ਕਿਉਂਕਿ ਇਕਾਂਤ ਦਾ ਸਮਾਂ ਸੀ, ਮਹਾਰਾਜ ਜੀ ਬਿਰਾਜੇ ਹੋਏ ਸੀ। ਉਸ ਵੇਲੇ ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਰੰਕ ਹੋਵੇ, ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ ਮਹਾਰਾਜ ਜੀ ਦੇ ਪਾਸ। ਸਤਿਗੁਰਾਂ ਦੇ ਬਿਰਾਜਣ ਦਾ ਵੇਲਾ ਸੀ, ਇਸ ਕਰਕੇ ਸਾਰੇ ਦੂਰ ਸਨ। ਇੱਥੋਂ ਤੱਕ ਕਿ ਜਿਹੜੇ ਬਾਹਰ ਪਹਿਰੇਦਾਰ ਹੁੰਦੇ ਨੇ ਉਹ ਵੀ ਮਹਾਰਾਜ ਜੀ ਦੇ ਦਰਵਾਜ਼ੇ ਤੋਂ ਦੂਰ ਸਨ, ਉਹਨਾਂ ਨੂੰ ਵੀ ਆਗਿਆ ਨਹੀਂ ਸੀ ਕਿ ਉਹ ਨੇੜੇ ਮਹਾਰਾਜ ਜੀ ਦੇ ਦਰਵਾਜ਼ੇ ਦੇ ਖਲੋ ਸਕਣ। ਦੇਖ ਪਾਲੋ ਅਵਕਾਸ਼ ਹਿਰਦੈ ਲਖ ਕਾਰਨ ਮੇਲ ਆਨੰਦ ਤਰੇ। ਇਹ ਸਮਾਂ ਬੜਾ ਭਲਾ ਸਮਾਂ ਸੀ, ਇਕਾਂਤ ਦਾ ਸਮਾਂ ਸੀ, ਗੱਲਬਾਤ ਕਰਨ ਦਾ ਵੇਲਾ ਸੀ, ਕਿਉਂਕਿ ਕੋਲ ਨੇੜੇ ਕੋਈ ਨਹੀਂ ਸੀ ਸਤਿਗੁਰਾਂ ਦੇ। ਇਹ ਸੋਹਣਾ ਅਵਕਾਸ਼ ਵੇਖ ਕੇ, ਭਲਾ ਸਮਾਂ ਜਾਣ ਕਰਕੇ ਸਾਰਦ ਬਾਰਦ ਸਾਰਦ ਪਾਰਦ ਤਾਂ ਸਮ ਨਾਰਦ ਮੋਦ ਪਰੇ। ਸ਼ਾਰਦਾ ਦੇ ਮੁਖ ਵਾਲੇ, ਜਿਨ੍ਹਾਂ ਦਾ ਮੁਖ ਸਰਦ ਰੁੱਤ ਦੀ ਚੰਦਰਮਾ ਵਰਗਾ, ਪਾਰੇ ਵਰਗਾ ਉਜਵਲ, ਨਾਰਦ ਮੁਨੀ ਜੀ, ਉਹਨਾਂ ਨੇ ਵਿਚਾਰ ਕੀਤੀ ਵੀ ਇਹ ਸਮਾਂ ਬੜਾ ਭਲਾ ਸਮਾਂ, ਜਾ ਕੇ 6ਵੇਂ ਪਾਤਸ਼ਾਹ ਨੂੰ ਮਿਲ ਕੇ ਬੇਨਤੀ ਕਰੀਏ। ਨਾਰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਦੇ ਸਮੇਂ ਦੀ ਵਿਚਾਰ ਕੀਤੀ ਤੇ ਇਹ ਜਾਣ ਕੇ ਨਾਰਦ ਜੀ ਆਏ। ਸਵਈਆ ਓਚਿਕ ਮੰਦਰ ਮੈਂ ਬਿਦਤਿਓ ਗੁਰ ਹੀਰ ਉਠੇ ਹਿਤ ਆਦਰ ਕੇ। ਸਤਿਗੁਰੂ ਜੀ ਇਕਾਂਤ ਵਿੱਚ ਸਨ। ਹੁਣ ਸਤਿਗੁਰੂ ਜੀ ਤਾਂ ਸਦਾ ਹੀ ਜਾਗਦੇ ਨੇ, ਭਾਵੇਂ ਇਕਾਂਤ ਵਿੱਚ ਬਾਹਰ ਸੰਗਤ ਨੂੰ, ਸਿੱਖਾਂ ਨੂੰ ਇਹ ਸੀ ਵੀ ਬਿਰਾਜੇ ਹੋਏ ਨੇ, ਪਰ ਪਾਤਸ਼ਾਹ ਇਕਾਂਤ ਵਿੱਚ ਸਦਾ ਹੀ ਜਾਗਦੇ ਨੇ। ਸਤਿਗੁਰ ਜਾਗਤਾ ਹੈ ਦੇਵ। ਉਸ ਵੇਲੇ ਅਚਾਨਕ ਨਾਰਦ ਮੁਨੀ ਜੀ ਮਹਾਰਾਜ ਜੀ ਦੇ ਸਨਮੁਖ ਆਣ ਕੇ ਪ੍ਰਗਟ ਹੋਏ। ਦੇਵ ਰੂਪ ਸੀ, ਉਹਨਾਂ ਨੂੰ ਕਿਹੜਾ ਬਾਹਰੋਂ ਕਿਸੇ ਦਰਵਾਜ਼ੇ ਨੂੰ ਖੋਲ ਕੇ ਜਾਣ ਦੀ ਲੋੜ ਸੀ, ਪ੍ਰਕਾਸ਼ ਰੂਪ ਹੁੰਦੇ ਨੇ ਦੇਵਤੇ। ਤੋ ਨਾਰਦ ਮੁਨੀ ਜੀ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਪ੍ਰਗਟ ਹੋਏ।
ਬੰਧਨ ਆਪਸ ਮਾਹੇ ਕਰੇ। ਮਹਾਰਾਜ ਜੀ ਨੇ ਜਦੋਂ ਨਾਰਦ ਜੀ ਨੂੰ ਆਉਂਦਿਆਂ ਵੇਖਿਆ, ਨਾਰਦ ਜੀ ਬੜੇ ਵੱਡੇ ਰਿਸ਼ੀ ਵੀ ਨੇ ਤੇ ਭਗਤ ਵੀ ਨੇ। ਨਾਰਦ ਜੀ ਨੂੰ ਭਗਤਾਂ ਦੀ ਸ਼੍ਰੇਣੀ 'ਚ ਗਿਣਿਆ ਜਾਂਦਾ। ਤਦੇ ਗੁਰਬਾਣੀ ਵਿੱਚ ਵੀ ਬਚਨ ਆਉਂਦਾ, ਭਗਤ ਨਾਰਦ ਦੀ ਹਿਰਦੈ ਨਾ ਆਨੀ। ਕਿਉਂਕਿ ਨਾਰਦ ਜੀ ਹੱਥ ਵਿੱਚ ਬੀਣਾ ਪਕੜ ਕੇ ਹਰ ਵੇਲੇ ਨਾਰਾਇਣ ਨਾਰਾਇਣ ਦਾ ਜਾਪ ਜਪ ਕੇ ਭਗਤੀ ਕਰਦੇ ਨੇ। ਤੋ ਨਾਰਦ ਜੀ ਭਗਤ ਸੀ, ਇਸ ਕਰਕੇ 6ਵੇਂ ਪਾਤਸ਼ਾਹ ਨੇ ਉਹਨਾਂ ਦਾ ਸਨਮਾਨ ਕੀਤਾ, ਉੱਠੇ ਉਹਨਾਂ ਦੀ ਭਗਤੀ ਦਾ ਸਨਮਾਨ ਸੀ। ਨਾਰਦ ਜੀ ਨੇ 6ਵੇਂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਰਦ ਜੀ ਦਾ ਸਤਿਕਾਰ ਕੀਤਾ। ਕੈ ਵਾਕ ਸਰੂਪ ਜੋ ਕਾਦਰ ਕੇ। ਬਚਨ ਵਿਲਾਸ ਕਰਨ ਲੱਗੇ। ਨਾਰਦ ਜੀ ਨੂੰ ਮਹਾਰਾਜ ਜੀ ਨੇ ਬਿਠਾਇਆ ਤੇ ਸਤਿਕਾਰ ਕਰਦੇ, ਆਓ ਜੀ ਆਇਆਂ ਨੂੰ ਨਾਰਦ ਜੀ, ਤੁਸੀਂ ਆਏ ਹੋ ਚੱਲ ਕੇ ਗੁਰੂ ਘਰ, ਤੁਹਾਨੂੰ ਜੀਓ ਆਇਆ ਹੈ। ਇਦਾਂ ਕਹਿ ਕੇ ਸਤਿਗੁਰਾਂ ਨੇ ਆਦਰ ਕੀਤਾ। ਆਵੋ ਦੇਵ ਮੁਨੀ ਉੱਚ ਬੈਠੋ। ਮਹਾਰਾਜ ਜੀ ਕਹਿੰਦੇ, ਆਓ ਦੇਵ ਰਿਸ਼ੀ, ਦੇਵ ਮੁਨੀ, ਆ ਬੈਠੋ ਉੱਚੇ ਥਾਂ ਤੇ। ਥੱਲੇ ਨਹੀਂ ਬਿਠਾਇਆ, ਪੁੰਜਿਆ। ਨਾਲ ਹੀ ਆਸਣ ਸੀ ਸਤਿਗੁਰੂ ਜੀ ਦਾ, ਉੱਚਾ ਪਲੰਘ ਹੈ, ਲਾਗੇ ਹੀ ਇੱਕ ਹੋਰ ਆਸਣ ਸੀ। ਪਾਤਸ਼ਾਹ ਨੇ ਆਖਿਆ ਇੱਥੇ ਬੈਠੋ ਨਾਰਦ ਜੀ। ਸਤਿਕਾਰ ਵਜੋਂ ਉੱਚਾ ਬਿਠਾਇਆ, ਆਪਣੇ ਨਾਲ ਆਪਣੇ ਨੇੜੇ ਬਿਠਾਇਆ। ਕੀਨ ਕਿਰਪਾ ਇਤ ਆਚਰ ਕੇ। ਮਹਾਰਾਜ ਜੀ ਕਹਿੰਦੇ, ਨਾਰਦ ਜੀ ਬੜੀ ਕਿਰਪਾ ਕੀਤੀ, ਅੱਜ ਆਪ ਜੀ ਨੇ ਸਾਡੇ ਕੋਲ ਫੇਰਾ ਪਾਇਆ, ਸਾਡੇ ਕੋਲ ਆਉਣਾ ਕੀਤਾ, ਇਹਦਾ ਬੜੀ ਦਇਆ ਹੋਈ ਪਰਮੇਸ਼ਰ ਦੀ ਕਿ ਤੁਹਾਡੇ ਜੈਸੇ ਰਿਸ਼ੀ, ਤੁਹਾਡੇ ਜੈਸੇ ਮੁਨੀ ਉਹ ਸਾਡੇ ਕੋਲ ਚੱਲ ਕੇ ਆਏ ਹਨ। ਆਵਨ ਕਾਰਨ ਕੌਣ ਕਹੋ। ਦੱਸੋ ਖਾਂ ਨਾਰਦ ਜੀ, ਤੁਹਾਡੇ ਆਉਣ ਦਾ ਕਾਰਨ ਕੀ ਹੈ? ਜੇ ਤੁਸੀਂ ਆਏ ਹੋ ਤੇ ਕੋਈ ਨਾ ਕੋਈ ਕਾਰਨ ਹੋਵੇਗਾ। ਕਿਸ ਕਾਰਨ ਕਰਕੇ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ? ਕਿਮ ਬਾਚਿਤ ਕਾਰਜ ਜੀ ਉਰ ਕੇ। ਦੱਸੋ ਤੁਹਾਡੇ ਮਨ ਦੀ ਕੀ ਬਾਂਛਾ ਹੈ, ਕਿਹੜਾ ਕਾਰਜ ਹੈ ਜਿਹੜਾ ਤੁਹਾਡਾ ਰੁਕਿਆ ਹੋਇਆ ਤੇ ਜਿਸ ਲਈ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ? ਨਾਰਦ ਰੂਪ ਬਿਲੰਦ ਨਿਹਾਰਤ। ਜਦੋਂ ਨਾਰਦ ਜੀ ਨੇ 6ਵੇਂ ਪਾਤਸ਼ਾਹ ਦੇ ਬਚਨ ਸੁਣੇ, ਗੁਰਦੇਵ ਦੇ ਸੋਹਣੇ ਸਰੂਪ ਦੇ ਦਰਸ਼ਨ ਕੀਤੇ, ਬੜਾ ਉੱਚਾ ਸਰੂਪ ਸਤਿਗੁਰਾਂ ਦਾ, ਪ੍ਰਤਾਪੀ ਸਰੂਪ ਮਹਾਰਾਜ ਜੀ ਦਾ ਵੇਖਿਆ। ਸੁੰਦਰ ਕ੍ਰਾਂਤ ਪੂਜਾ ਬਲ ਪਾਰੀ। ਵੇਖਿਆ ਕਿ ਬੜਾ ਸੁੰਦਰ ਰੂਪ ਹੈ ਸਤਿਗੁਰਾਂ ਦੀ, ਕ੍ਰਾਂਤੀ ਬੜੀ ਸੁੰਦਰ, ਬਾਹਾਂ ਬੜੀਆਂ ਲੰਮੀਆਂ, ਭੁਜ ਦੰਡੇ ਬੜੇ ਬਲਵਾਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗਰਦਨ ਹੈ ਉਹ ਲੰਮੀ ਹੈ ਤੇ ਮੋਟੀ ਹੈ, ਬੜੀ ਮਜ਼ਬੂਤ। ਮੋਢੇ ਬੜੇ ਸੁੰਦਰ ਬਲਵਾਨ ਨੇ, ਨੇਤਰ ਬੜੇ ਸੁੰਦਰ ਨੇ। ਨਾਰਦ ਜੀ ਨਾਲੇ ਸਤਿਗੁਰਾਂ ਦੇ ਸਰੂਪ ਨੂੰ ਵੇਖ ਰਹੇ ਨੇ, ਦਰਸ਼ਨ ਕਰ ਰਹੇ ਨੇ, ਨਾਲ ਨਾਲ ਮਹਾਰਾਜ ਜੀ ਦੇ ਬਚਨ ਸੁਣ ਰਹੇ ਸਨ। ਦੀਰਘ ਸ਼੍ਰੀ ਮੁਖ ਮੰਡਲ ਪੈ ਕਲ। ਵੇਖਿਆ ਕਿ ਸਤਿਗੁਰੂ ਜੀ ਦੇ ਸੋਹਣੇ ਦੀਰਘ ਮੁਖ ਮੰਡਲ ਦੀ ਸ਼ੋਭਾ। ਕੁੰਡਲ ਡੋਲ ਬੜੀ ਦੁੱਤੀ ਵਾਰੀ। ਬੜੀ ਦੁੱਤੀ ਹੈ ਸਤਿਗੁਰਾਂ ਦੇ ਮੁਖ ਮੰਡਲ ਤੇ, ਬੜੀ ਕ੍ਰਾਂਤੀ ਹੈ। ਸਰੀਰ ਮਹਾਰਾਜ ਜੀ ਦਾ ਆਭੂਸ਼ਣਾਂ ਦੇ ਨਾਲ, ਗਹਿਣਿਆਂ ਦੇ ਨਾਲ ਅਲੰਕ੍ਰਿਤ ਹੈ। ਅੰਗ ਵਿਸ਼ੇਸ਼ ਆਸ਼ੀਸ਼ ਆਹੇ ਪਟ। ਮਹਾਰਾਜ ਜੀ ਦੇ ਜਿਹੜੇ ਅੰਗ ਨੇ ਉਹ ਸਰੀਰ ਦੇ ਵੱਖੋ ਵੱਖਰੇ ਦਿਸਦੇ। ਸਾਰੇ ਅੰਗਾਂ ਦੀ ਜਿਹੜੀ ਬਣਤਰ ਹੈ ਨਾ, ਬਾਹਾਂ ਦੇ ਡੋਲੇ ਵੱਖਰੇ ਦਿਸਦੇ ਨੇ, ਮੋਢੇ ਉੱਚੇ ਮਹਾਰਾਜ ਜੀ ਦੇ ਵੱਖਰੇ ਦਿਸਦੇ ਨੇ। ਅਗਲੀਆਂ ਜਿਹੜੀਆਂ ਬਾਹਾਂ ਨੇ, ਗੁੱਟ ਜਿਹੜੇ ਨੇ ਸਤਿਗੁਰਾਂ ਦੇ ਹੱਥਾਂ ਦੇ ਬੜੇ ਮਜ਼ਬੂਤ ਨੇ। ਲੱਤਾਂ ਸਤਿਗੁਰਾਂ ਦੇ ਬਹੁਤ ਸੁੰਦਰ ਬਲਵਾਨ ਨੇ। ਤੇ ਪੇਟ ਵੀ ਸਤਿਗੁਰਾਂ ਦੀ ਜਿਹੜੀ ਲੱਕ ਵਾਲੀ ਥਾਂ ਹੈ ਉਹ ਪਤਲੀ ਹੈ ਤੇ ਛਾਤੀ ਚੌੜੀ ਹੈ। ਇਹ ਸਾਰਾ ਸਰੂਪ ਨਾਰਦ ਮੁਨੀ ਜੀ ਵੇਖੀ ਜਾਂਦੇ ਨੇ, ਨਾਲੇ ਵੇਖ ਵੇਖ ਕੇ ਆਨੰਦਿਤ ਹੋ ਰਹੇ ਨੇ ਕਿ ਪਰਮੇਸ਼ਰ ਨੇ ਕੈਸਾ ਸੁੰਦਰ ਰੂਪ ਧਾਰਿਆ। ਅਕਾਲ ਪੁਰਖ ਜੀ ਨੇ ਇਹ ਕੈਸੀ ਸੋਹਣੀ ਬਣਾਵਟ ਆਪਣੇ ਸਰੂਪ ਦੀ 6ਵੇਂ ਰੂਪ 'ਚ ਧਾਰਨ ਕੀਤੀ ਹੈ। ਬੇਸ ਸੋ ਬੇਸ਼ ਸਜੇ ਮੁਦਕਾਰੀ। ਮਹਾਰਾਜ ਜੀ ਦੇ ਬਸਤਰ ਬੜੇ ਵਿਸ਼ੇਸ਼ ਕਰਕੇ ਸੁੰਦਰ ਸੀ। ਜਿਹੜੇ ਬਸਤਰ ਪਾਏ ਨੇ ਸਤਿਗੁਰਾਂ ਨੇ ਉਹ ਵੀ ਬੜੇ ਸੁੰਦਰ ਨੇ, ਔਰ ਬੜਾ ਸੋਹਣਾ ਖੁਸ਼ੀ ਦੇਣ ਵਾਲਾ ਮਹਾਰਾਜ ਜੀ ਦਾ ਬੇਸ ਹੈ ਕਿ ਜਿਹੜਾ ਵੀ ਦਰਸ਼ਨ ਕਰਦਾ ਗੁਰੂ ਹਰਗੋਬਿੰਦ ਸਾਹਿਬ ਦੇ, ਬਦੋ ਬਦੀ ਉਹਦਾ ਚਿਹਰਾ ਖਿੜ ਜਾਂਦਾ ਹੈ, ਉਹਦੇ ਹਿਰਦੇ 'ਚ ਖੇੜਾ ਪੈਦਾ ਹੁੰਦਾ ਹੈ।
ਬ੍ਰਿੰਦੇ ਆਨੰਦ ਕੋ ਪਾਏ ਰਿਓ। ਬੜਾ ਭਾਰੀ ਆਨੰਦ ਸਤਿਗੁਰੂ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਕੇ ਪ੍ਰਾਪਤ ਹੋਇਆ ਨਾਰਦ ਮੁਨੀ ਜੀ ਨੂੰ। ਗੁਣ ਕੀਰਤ ਕੋ ਤਬ ਕੀਨ ਉਚਾਰੀ। ਨਾਰਦ ਜੀ ਦੇ ਮਨ 'ਚ ਜੋ ਕੀਰਤੀ ਦੇ ਸ਼ਬਦ ਉਚਰੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਜੋ ਉਹਨਾਂ ਦੇ ਮਨ 'ਚ ਖਿਆਲ ਆਇਆ, ਉਹ ਸਤਿਗੁਰਾਂ ਦੀ ਕੀਰਤੀ ਕਰਨ ਵਾਸਤੇ ਨਾਰਦ ਮੁਨੀ ਜੀ ਬੋਲੇ। ਪੁਚੰਗ ਪ੍ਰਿਆਤ ਚੰਦ। ਖਾਲਸਾ ਜੀ ਇਹਨੂੰ ਅਸ਼ਟਕ ਕਹਿੰਦੇ ਨੇ, ਜੋ ਨਾਰਦ ਮੁਨੀ ਜੀ ਨੇ ਗੁਰੂ ਸਾਹਿਬ ਦੇ ਜਸ ਵਿੱਚ ਉਚਾਰਿਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਕਰਦਿਆਂ ਉਚਾਰਨ ਕੀਤਾ। ਗੁਰੂ ਰੂਪ ਤਾਰੇ ਨਮੋ ਲੇਹੁ ਮੋਈ। ਆਹਾ, ਹੇ ਪਾਰ ਬ੍ਰਹਮ ਪਰਮੇਸ਼ਰ ਜੀ, ਹੇ ਅਕਾਲ ਪੁਰਖ ਜੀ, ਤੁਸੀਂ ਗੁਰੂ ਰੂਪ ਧਾਰਨ ਕਰਕੇ ਸੰਸਾਰ ਵਿੱਚ ਆਏ ਹੋ, ਮੇਰੀ ਨਮਸਕਾਰ ਨੂੰ ਪ੍ਰਵਾਨ ਕਰੋ। ਨਾਰਦ ਮੁਨੀ ਜੀ ਨੇ ਇੱਥੋਂ ਸ਼ੁਰੂਆਤ ਕੀਤੀ। ਜਿਹੜਾ ਬੋਲ ਬੋਲਿਆ ਸਭ ਤੋਂ ਪਹਿਲਾਂ ਇਹ ਕਿਹਾ, ਅਕਾਲ ਪੁਰਖ ਜੀ, ਤੁਸੀਂ ਗੁਰੂ ਰੂਪ ਹੋ ਕੇ ਆਏ ਹੋ ਸੰਸਾਰ ਵਿੱਚ, ਮੇਰੀ ਨਮਸਕਾਰ ਨੂੰ ਪ੍ਰਵਾਨ ਕਰੋ। ਮੈਂ ਤੁਹਾਡੇ ਚਰਨਾਂ ਤੇ ਨਮਾਮ ਕਰਦਾ ਹਾਂ। ਹੇ ਗੁਰੂ ਹਰਗੋਬਿੰਦ ਸਾਹਿਬ, ਆਪ ਜੀ ਨੂੰ ਮੇਰੀ ਨਮਸਕਾਰ ਹੈ। ਸਦਾ ਗਿਆਨ ਮੈਂ ਧਿਆਨ ਮੈਂ ਬਾਸ ਹੋਈ। ਮਹਾਰਾਜ ਜੀ, ਤੁਹਾਡਾ ਸਦਾ ਹੀ ਗਿਆਨ ਵਿੱਚ ਔਰ ਧਿਆਨ ਵਿੱਚ ਵਾਸਾ ਹੁੰਦਾ ਹੈ। ਜਿੱਥੇ ਗਿਆਨ ਹੈ ਉੱਥੇ ਤੁਸੀਂ ਵਸਦੇ ਹੋ, ਜਿੱਥੇ ਧਿਆਨ ਹੈ ਉੱਥੇ ਵੀ ਤੁਹਾਡਾ ਹੀ ਨਿਵਾਸ ਹੈ। ਪਰਮ ਬ੍ਰਹਮ ਨਾਥੰ ਲਖੇ ਨਾਹੀ ਕੋਈ। ਮਹਾਰਾਜ, ਤੁਸੀਂ ਪਰਮ ਬ੍ਰਹਮਨਾਥ। ਪਰਮ ਬ੍ਰਹਮ ਦਾ ਮਤਲਬ ਪਰੇ ਤੋਂ ਪਰੇ ਬ੍ਰਹਮ ਸਰੂਪ ਜਗਤ ਦੇ ਨਾਥ ਹੋ। ਆਪ ਜੀ ਦੇ ਐਸੇ ਸਵਰੂਪ ਨੂੰ ਕੋਈ ਜਾਣਦਾ ਨਹੀਂ ਹੈ। ਲਖੇ ਦਾ ਮਤਲਬ ਹੁੰਦਾ ਜਾਣਨਾ। ਆਪ ਜੀ ਦੇ ਐਸੇ ਸਵਰੂਪ ਨੂੰ, ਜੋ ਪਰਮ ਪਰਾਵਰ ਨਾਥ ਸਰੂਪ ਹੈ, ਉਹਨੂੰ ਕੋਈ ਨਹੀਂ ਜਾਣਦਾ। ਕਲਾ ਜਾਲ ਤਾਰੋ ਕਰਾਮਾਤ ਗੋਈ। ਤੁਸੀਂ ਬੇਅੰਤ ਕਲਾਵਾਂ ਦੇ ਜਾਲ ਹੋ, ਯਾਨੀ ਕਿ ਸਾਰੀਆਂ ਕਲਾਵਾਂ ਤੁਹਾਡੇ ਵਿੱਚ ਨੇ, ਅਨੰਤ ਕਲਾਵਾਂ। ਦੁਆਪਰ ਯੁੱਗ ਦੇ ਭਗਵਾਨ ਜੀ 16 ਕਲਾ ਲੈ ਕੇ ਆਏ। ਤ੍ਰੇਤੇ ਯੁੱਗ ਦੇ ਭਗਵਾਨ 14 ਕਲਾ ਲੈ ਕੇ ਆਏ। ਮਹਾਰਾਜ, ਜਿੰਨੀਆਂ ਕਲਾਵਾਂ ਤੁਸੀਂ ਧਾਰੀਆਂ ਨੇ ਉਹਨਾਂ ਦਾ ਅੰਤ ਹੀ ਕੋਈ ਨਹੀਂ। ਅਨੰਤ ਕਲਾਵਾਂ ਦੇ ਮਾਲਕ ਹੋ। ਇੰਨੀਆਂ ਕਲਾਵਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਆਪਣੀ ਸਾਰੀ ਕਰਾਮਾਤ ਨੂੰ, ਆਪਣੀ ਕਲਾ ਨੂੰ ਤੁਸਾਂ ਨੇ ਆਪਣੇ ਵਿੱਚ ਲੁਕੋਇਆ ਹੋਇਆ, ਆਪਣੇ 'ਚ ਛੁਪਾਇਆ ਹੋਇਆ, ਉਹਨੂੰ ਪ੍ਰਗਟ ਨਹੀਂ ਕਰਦੇ। ਨਿਰਾਲੰਬ ਨਾਥੰ ਨਿਰਾਲੰਬ ਚਿਤਰੰ। ਮਹਾਰਾਜ, ਤੁਸੀਂ ਨਿਰਾਲੰਬ ਹੋ। ਨਿਰਾਲੰਬ ਦਾ ਮਤਲਬ ਆਸਰਾ ਨਹੀਂ ਤੁਹਾਨੂੰ ਕਿਸੇ ਦਾ, ਤੁਸੀਂ ਸਭ ਦੇ ਆਸਰੇ ਹੋ, ਪਰ ਆਪ ਤੁਹਾਨੂੰ ਕਿਸੇ ਦਾ ਆਸਰਾ ਨਹੀਂ। ਤੁਸੀਂ ਨਿਰਾਲੰਬ ਹੋ। ਫਿਰ ਨਿਰਾਲਮ ਹੋ। ਨਿਰਾਲਮ ਕਹਿੰਦੇ ਜਿਹੜਾ ਸਾਰਿਆਂ ਤੋਂ ਨਿਰਾਲਾ ਰਹਿਣ ਵਾਲਾ, ਵੱਖਰਾ, ਸਭ ਦੇ ਵਿੱਚ ਰਹਿ ਕੇ ਵੀ ਸਾਰਿਆਂ ਤੋਂ ਨਿਰਾਲਮ ਹੋ। ਔਰ ਮਹਾਰਾਜ ਬਚਿੱਤਰੰ, ਬਚਿੱਤਰੰ ਕਹੀਏ, ਬੜੇ ਅਸਚਰਜ। ਤੁਹਾਡਾ ਜਿਹੜਾ ਸਵਰੂਪ ਹੈ ਨਾ ਮਹਾਰਾਜ, ਉਹ ਅਸਚਰਜ ਹੈ। ਤੁਹਾਡੇ ਕੌਤਕ ਅਸਚਰਜ ਨੇ। ਬਚਿੱਤਰ ਹਾਂ ਨਾ। ਪ੍ਰਭੂ ਹੋ ਬਿਭੂ ਹੋ ਅਭੇ ਹੋ ਪਵਿੱਤਰੰ। ਮਹਾਰਾਜ, ਤੁਸੀਂ ਪ੍ਰਭੂ ਹੋ, ਬਿਭੂ ਹੋ। ਬਿਭੂ ਕਹਿੰਦੇ ਵਿਆਪਕ ਹੋ। ਪ੍ਰਭੂ ਹੋ, ਬਿਭੂ ਵਿਆਪਕ ਹੋ, ਅਭੈ ਹੋ, ਤੁਹਾਨੂੰ ਡਰ ਨਹੀਂ ਕਿਸੇ ਦਾ। ਪਵਿੱਤਰੰ, ਹੇ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਪਵਿੱਤਰਾਂ ਤੋਂ ਪਵਿੱਤਰ ਹੋ। ਕਲੀ ਕਾਲ ਮੈਂ ਪੰਥ ਕੀਨੋ ਸੁਖਾਰੇ। ਕਲੀ ਕਾਲ ਦੇ ਇਸ ਘੋਰ ਸਮੇਂ ਵਿੱਚ ਆਪ ਜੀ ਨੇ ਬੜਾ ਸੁਖਾਲਾ ਪੰਥ, ਖਾਲਸਾ ਪੰਥ, ਸਿੱਖ ਪੰਥ ਜੋ ਗੁਰੂ ਨਾਨਕ ਸਾਹਿਬ ਨੇ ਚਲਾਇਆ, ਇਹ ਤੁਹਾਡੀ ਕਿਰਪਾ ਹੈ। ਨਿਜੰ ਦਾਸ ਦੇਹੋ ਪਦੇਸ਼ੰ ਉਧਾਰੇ। ਤੁਸੀਂ ਆਪਣੇ ਦਾਸਾਂ ਨੂੰ ਉਪਦੇਸ਼ ਦੇ ਕੇ ਇਸ ਜਗਤ ਤੋਂ, ਇਸ ਭਾਵ ਸਾਗਰ ਤੋਂ ਤਾਰਿਆ ਹੈ, ਉਧਾਰਿਆ ਹੈ। ਬਿਨਾ ਦੰਭ ਹੋਇ ਕੈ ਭਜੇ ਸਾਚ ਨਾਮੰ। ਮਹਾਰਾਜ ਜੀ, ਤੁਹਾਡੇ ਜਿਹੜੇ ਸੇਵਕ ਨੇ ਉਹ ਪਖੰਡ ਤੋਂ ਰਹਿਤ ਹੋ ਕੇ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਭਜਨ ਕਰਦੇ, ਵਿਖਾਵਾ ਨਹੀਂ ਕਰਦੇ, ਪਖੰਡ ਨਹੀਂ ਕਰਦੇ। ਤੁਹਾਡੇ ਦਾਸ, ਤੁਹਾਡੇ ਸੇਵਕ ਤੁਹਾਡਾ ਉਪਦੇਸ਼ ਲੈ ਕੇ ਪਖੰਡ ਤੋਂ ਰਹਿਤ ਹੋ ਕੇ ਕੇਵਲ ਪਰਮੇਸ਼ਰ ਦਾ ਭਜਨ ਕਰਦੇ ਨੇ, ਨਾਮ ਜਪਦੇ ਹਨ। ਤਜੇ ਦੇਹ ਹੰਤਾ ਲਹੇ ਆਪ ਤਾਮੰ। ਮਹਾਰਾਜ, ਤੁਹਾਡੇ ਸੇਵਕ ਤੁਹਾਡਾ ਉਪਦੇਸ਼ ਸੁਣ ਕੇ, ਨਾਮ ਜਪ ਕੇ
ਆਪਣੇ ਸਰੀਰ ਦੀ ਹੰਗਤਾ ਨੂੰ ਛੱਡ ਕੇ ਆਪਣੇ ਨਿਜ ਘਰ ਨੂੰ ਪ੍ਰਾਪਤ ਕਰ ਲੈਂਦੇ ਨੇ। ਨਿਜ ਧਾਮ ਦਾ ਮਤਲਬ ਆਪਣੇ ਨਿਜ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਹਨ। ਮਹਾ ਮੋਹ ਮਾਤੰ ਸ਼ੇਰੰ ਸਮਾਨੰ। ਮਹਾਰਾਜ ਜੀ ਤੁਸੀਂ ਮਾਂ ਮੋਹ ਰੂਪੀ ਹਾਥੀ ਲਈ ਬੱਬਰ ਸ਼ੇਰ ਦੇ ਤੋਲੋ। ਮੋਹ ਰੂਪੀ ਹਾਥੀ ਨੂੰ ਬੱਬਰ ਸ਼ੇਰ ਬਣ ਕੇ ਮਾਰ ਕੇ ਭਜਾ ਦੇਣ ਵਾਲੇ ਹੋ। ਵਿਕਾਰੰ ਤਮੰ ਦੀਪ ਜੈਸੇ ਪ੍ਰਹਾਨੰ। ਵਿਕਾਰਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਸੂਰਜ ਦੇ ਸਮਾਨ ਹੋ, ਦੀਪਕ ਦੇ ਸਮਾਨ ਹੋ। ਜਿਵੇਂ ਦੀਵਾ ਬਲਦਾ ਤੇ ਹਨੇਰਾ ਚਲਾ ਜਾਂਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਹਿਰਦਿਆਂ 'ਚ ਤੁਹਾਡਾ ਨਾਮ ਵਸਦਾ, ਉਹਨਾਂ ਦੇ ਹਿਰਦੇ 'ਚੋਂ ਅੰਧਕਾਰ ਅਗਿਆਨਤਾ ਦਾ ਹਨੇਰਾ ਚਲਾ ਜਾਂਦਾ। ਹਾਂਜੀ। ਪਾਏ ਬੰਸ ਬੇਦੀਨ ਕੇ ਪਾਨ ਜੋਏ। ਬੇਦੀਆਂ ਦੇ ਬੰਸ ਦੇ ਜੋ ਮਹਾਨ ਸੂਰਜ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹੋਏ। ਪੁਨੰ ਤੇਹਣੰ ਬੰਸ ਕੇ ਚੰਦ ਹੋਏ। ਉਹਨਾਂ ਤੋਂ ਬਾਅਦ ਤ੍ਰਿਹਣ ਕੁਲ ਦੇ ਸਿਰਮੌਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਤ੍ਰਿਹਣ ਕੁਲ ਨੂੰ ਭਾਗ ਲਾਏ। ਉਸ ਕੁਲ ਚ ਅਵਤਾਰ ਧਾਰਨ ਕਰਕੇ ਪਿਤਾ ਮੋਹਰੀ ਕੇ ਤਰਿਓ ਰੂਪ ਫੇਰੰ। ਫੇਰ ਗੁਰੂ ਅੰਗਦ ਸਾਹਿਬ ਤੋਂ ਰੂਪ ਵਟਾਇਆ ਤੇ ਬਾਬੇ ਮੋਹਰੀ ਦੇ ਪਿਤਾ ਬਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਰੂਪ ਹੋ ਕੇ ਪ੍ਰਗਟ ਹੋਏ। ਬਾਬੇ ਮੋਹਰੀ ਤੇ ਬਾਬੇ ਮੋਹਣ ਦੇ ਪਿਤਾ ਬਣ ਕੇ ਪ੍ਰਗਟ ਹੋਏ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ। ਗੁਰੂ ਰਾਮਦਾਸੰ ਪ੍ਰਕਾਸ਼ੰ ਕਨੇਰੰ। ਔਰ ਧੰਨ ਗੁਰੂ ਅਮਰਦਾਸ ਸਾਹਿਬ ਤੋਂ ਬਾਅਦ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪ੍ਰਕਾਸ਼ ਧਾਰਿਆ। ਔਰ ਰਾਮਦਾਸੰ ਪ੍ਰਕਾਸ਼ੰ ਕਨੇਰੰ, ਬੜਾ ਭਾਰੀ ਪ੍ਰਕਾਸ਼ ਕੀਤਾ ਸਾਰੇ ਸੰਸਾਰ ਵਿੱਚ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ। ਪਾਏ ਸ਼ਾਂਤ ਰੂਪੰ ਰਚਿਓ ਗ੍ਰੰਥ ਬਾਣੀ। ਸ੍ਰੀ ਗੁਰੂ ਰਾਮਦਾਸ ਸਾਹਿਬ ਤੋਂ ਬਾਅਦ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਸ਼ਾਂਤੀ ਰੂਪ ਹੋਏ, ਜਿਨ੍ਹਾਂ ਨੇ ਮਹਾਨ ਪਰਉਪਕਾਰ ਕੀਤਾ ਜੀਵਾਂ ਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਰਚਨਾ ਕੀਤੀ। ਸੋਦਾ ਤਾਲ ਕੀਨੋ ਅਗੰ ਦਾਸ ਹਾਨੀ। ਜਿਨ੍ਹਾਂ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਈ, ਐਸਾ ਤਾਲ ਬਣਾਇਆ ਜਿੱਥੇ ਉਹਨਾਂ ਦੇ ਦਾਸ ਇਸ਼ਨਾਨ ਕਰਕੇ ਪਾਪਾਂ ਤੋਂ ਰਹਿਤ ਹੋ ਜਾਂਦੇ ਨੇ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਹਰ ਹਾਂ ਨਾਨਕ ਕਸਮ ਲਜਾਏ, ਨਾਇਆ ਰਾਮਦਾਸ ਸਰ। ਐਸਾ ਸਰੋਵਰ ਬਣਾਇਆ ਜਿਹਦੇ 'ਚ ਉਹਨਾਂ ਦੇ ਦਾਸ ਇਸ਼ਨਾਨ ਕਰਕੇ ਪਾਪਾਂ ਤੋਂ ਰਹਿਤ ਹੋ ਜਾਂਦੇ ਹਨ। ਪਿਤਾ ਆਪ ਕੇ ਤੀਰ ਤਾਰੀ ਤਰਾਸੀ। ਆਪ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੇ ਇੰਨਾ ਧੀਰਜ ਧਾਰਨ ਕੀਤਾ ਕਿ ਮਾਨੋ ਧਰਤੀ ਨੂੰ ਵੀ ਧੀਰਜ ਰੱਖਣਾ ਸਿਖਾਇਆ ਹੋਵੇ ਕਿ ਹੇ ਧਰਤੀ ਇਉਂ ਧੀਰਜ ਰੱਖੀਦਾ ਇਉਂ। ਖਾਲਸਾ ਜੀ, ਸਾਡਾ ਧੀਰਜ ਤਾਂ ਇੱਕ ਛਿਨ ਚ ਡਾਵਾਂ ਡੋਲ ਹੋ ਜਾਂਦਾ। ਕੋਈ ਸਮੱਸਿਆ ਆ ਜਾਏ ਇੱਕਦਮ ਧੀਰਜ ਖੰਭ ਲਾ ਕੇ ਉੱਠ ਜਾਂਦਾ। ਬਲਿਆਰ ਜਾਈਏ ਤਤੀਆਂ ਤਵੀਆਂ ਤੇ ਬੈਠਿਆਂ ਵੀ ਆਪਣਾ ਧੀਰਜ ਨਹੀਂ ਛੱਡਿਆ। ਧਰਤੀ ਨੂੰ ਸਭ ਤੋਂ ਵੱਧ ਧੀਰਜਵਾਨ ਮੰਨਿਆ ਜਾਂਦਾ, ਵੀ ਧਰਤੀ ਤੋਂ ਵੱਧ ਧੀਰਜ ਨਹੀਂ ਕਿਸੇ 'ਚ। ਇਹ ਧਰਤੀ ਨੂੰ ਕੋਈ ਖੋਦੇ, ਕੋਈ ਚੰਦਨ ਲਾਵੇ, ਇਹ ਧੀਰਜ 'ਚ ਰਹਿੰਦੀ ਹੈ। ਕਿੰਨਾ ਧੀਰਜ ਹੈ ਇਹਦੇ 'ਚ। ਪਰ ਮਾਨੋ ਧਰਤੀ ਨੂੰ ਧੀਰਜ ਰੱਖਣ ਦੀ ਜਾਚ ਗੁਰੂ ਅਰਜਨ ਦੇਵ ਸਾਹਿਬ ਨੇ ਸਿਖਾਈ ਹੋਵੇ। ਇੰਨੇ ਵੱਡੇ ਧੀਰਜੀ ਨੇ ਗੁਰੂ ਅਰਜਨ ਸਾਹਿਬ, ਜੋ ਤੁਹਾਡੇ ਪਿਤਾ ਹਨ। ਉਹਨਾਂ ਨੇ ਸਿੱਖੀ ਦਾ ਪ੍ਰਕਾਸ਼ ਕੀਤਾ, ਕਿੰਨੇ ਗੁਰਸਿੱਖਾਂ ਦਾ ਭਲਾ ਕੀਤਾ। ਨਾਰਦ ਮੁਨੀ ਜੀ ਉਪਮਾ ਕਰਦਿਆਂ ਕਹਿ ਰਹੇ ਨੇ, ਜੋ ਭੱਟਾ ਨੇ ਕਿਹਾ ਨਾ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਮਹਿੰਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿਖੋ ਨੈਣ।
ਇਹ ਪੰਜ ਜਾਮਿਆਂ 'ਚ ਵਰਤੇ ਅਕਾਲ ਪੁਰਖ ਜੀ। ਗੁਰੂ ਅਰਜਨ ਸਾਹਿਬ ਤੁਹਾਡੇ ਪਿਤਾ ਦੇ ਰੂਪ ਵਿੱਚ ਜਗਤ 'ਚ ਕਿੰਨੇ ਜੀਵਾਂ ਦਾ ਭਲਾ ਕੀਤਾ, ਸਿੱਖੀ ਦਾ ਪ੍ਰਕਾਸ਼ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਰਚਨਾ ਕੀਤੀ, ਅੰਮ੍ਰਿਤਸਰ ਸਰੋਵਰ ਦੀ ਰਚਨਾ ਕੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਬਾਰ ਬਣਾਏ, ਕਿੰਨੇ ਪਰਉਪਕਾਰ ਕੀਤੇ। ਗੁਰੂ ਪੰਜ ਦੇਸ਼ਾਨ ਸਿੱਖੀ ਪ੍ਰਕਾਸ਼ੀ। ਇਉਂ ਪੰਜ ਗੁਰੂ ਸਾਹਿਬਾਨਾਂ ਨੇ ਦੇਸ਼ਾਂ ਦੇਸ਼ਾਂਤਰਾਂ ਵਿੱਚ ਸਿੱਖੀ ਦਾ ਪ੍ਰਕਾਸ਼ ਕੀਤਾ, ਪੰਜ ਜਾਮਿਆਂ 'ਚ ਵਰਤੇ ਤੇ ਦੇਸ਼ਾਂ ਦੇਸ਼ਾਂਤਰਾਂ ਵਿੱਚ ਸਿੱਖੀ ਦਾ ਪ੍ਰਕਾਸ਼ ਕੀਤਾ। ਤਰਿਓ ਆਪ ਰੂਪੰ ਮਹਾ ਸ਼ਸਤਰ ਧਾਰੀ। ਹੁਣ ਆਪ ਜੀ ਨੇ 6ਵਾਂ ਰੂਪ ਧਾਰਿਆ, ਸ਼ਸਤਰਧਾਰੀ ਰੂਪ। ਪੰਜ ਜਾਮਿਆਂ ਤੱਕ ਸ਼ਸਤਰ ਨਹੀਂ ਧਾਰੇ, 6ਵਾਂ ਜਾਮਾ ਆਪ ਜੀ ਨੇ ਧਾਰਿਆ, ਉਹਦੇ ਸ਼ਸਤਰਧਾਰੀ ਸਰੂਪ ਹੈ। ਗੁਰੂ ਪੰਜ ਤੇ ਔਰ ਰੀਤੰ ਸੁਧਾਰੀ। ਪਹਿਲੇ ਪੰਜ ਗੁਰੂ ਸਾਹਿਬਾਨਾਂ ਤੋਂ ਇਹ ਰੀਤ ਨਵੀਂ ਆਪ ਜੀ ਨੇ ਧਾਰੀ ਕਿ ਸ਼ਸਤਰਧਾਰੀ ਹੋਏ, ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ। ਪਹਿਲੇ ਪੰਜ ਗੁਰੂ ਸਾਹਿਬਾਨਾਂ ਤੋਂ ਇਹ ਅਲੱਗ ਰੀਤੀ ਸੀ, ਨਵੀਂ ਰੀਤ ਸੀ। ਤਰੀ ਤੇਗ ਪੀਰੀ ਅਰ ਮੀਰੀ ਪ੍ਰਕਾਸ਼ੀ। ਆਪ ਜੀ ਨੇ ਪੀਰੀ ਔਰ ਮੀਰੀ ਦੀਆਂ ਤੇਗਾਂ ਧਾਰਨ ਕਰਕੇ ਉਹਨਾਂ ਦਾ ਪ੍ਰਕਾਸ਼ ਕੀਤਾ। ਕਰੋ ਕਾਜ ਨਾ ਕਾਜੰ ਜਥਾ ਸ਼ਸਤਰ ਨਾਸ਼ੀ। ਮਹਾਰਾਜ ਮੈਂ ਆਇਆ ਹਾਂ ਤੁਹਾਡੀ ਸ਼ਰਨ ਯਾਦ ਕਰਾਉਣ ਲਈ ਕਿ ਜਿਸ ਲਈ ਆਪ ਜੀ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਨੇ, ਉਹ ਕਾਰਜ ਹੁਣ ਆਪ ਜੀ ਆਰੰਭ ਕਿਉਂ ਨਹੀਂ ਕਰ ਰਹੇ? ਜਿਸ ਲਈ ਇਹ ਸ਼ਸਤਰ ਧਾਰਨ ਕੀਤੇ ਨੇ, ਉਹ ਕਾਰਜ ਹੁਣ ਆਪ ਜੀ ਕਿਉਂ ਨਹੀਂ ਪੇ ਕਰਦੇ? ਕਰੋ ਮਹਾਰਾਜ ਹੁਣ ਆਪ ਜੀ ਉਹ ਕਾਰਜ ਜਿਸ ਦਿਨ ਲਈ ਆਪ ਜੀ ਨੇ ਤਲਵਾਰਾਂ ਧਾਰਨ ਕੀਤੀਆਂ ਸਨ, ਉਹ ਹੁਣ ਕਾਰਜ ਦੀ ਆਰੰਭਤਾ ਕਰੋ। ਦਇਆ ਸਿੰਧ ਸੀਲੰ ਕੋ ਚਾਲੰ ਪ੍ਰਣਾਸੀ। ਮਹਾਰਾਜ ਤੁਸੀਂ ਦਇਆ ਸਿੰਧ ਸਰੂਪ ਹੋ, ਸੀਲ ਸੁਭਾਅ ਦੇ ਮਾਲਕ ਹੋ, ਮਾੜੀਆਂ ਭੈੜੀਆਂ ਚਾਲਾਂ ਦਾ ਨਾਸ਼ ਕਰਨ ਵਾਲੇ ਹੋ, ਕੁਚਾਲੀਆਂ ਦਾ ਨਾਸ਼ ਕਰਨ ਵਾਲੇ ਹੋ। ਕਰੋ ਆਪ ਲੀਲਾ ਜਥਾ ਮਾਨਵ ਵਾਸੀ। ਪਰ ਆਪ ਜੀ ਉਹ ਲੀਲਾ ਕਰ ਰਹੇ ਹੋ ਜਿਵੇਂ ਕੋਈ ਮਨੁੱਖੀ ਜਾਮੇ 'ਚ ਵਰਤ ਕੇ ਮਾਨਵੀ ਲੀਲਾ ਕਰਦਾ, ਉਦਾਂ ਦੀ ਲੀਲਾ ਕਰ ਰਹੇ ਹੋ। ਮਹਾਰਾਜ ਰਾਜਨ ਰਾਜਾ ਧੀਰਾਜਨ। ਹੇ ਮਹਾਰਾਜਿਆਂ ਦੇ ਰਾਜੇ, ਰਾਜਿਆਂ ਦੇ ਰਾਜੇ ਅਧਿਰਾਜਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਤੂੰ ਹੀ ਦੀਨ ਬੰਧੂ ਸਜੇ ਸੰਤ ਕਾਜੰ। ਤੁਸੀਂ ਹੀ ਦੀਨਾ ਬੰਧੂ ਹੋ, ਤੁਸੀਂ ਹੀ ਆਪਣੇ ਪਿਆਰੇ ਸੰਤ ਜਨਾਂ ਦੇ ਕਾਰਜ ਕਰਨ ਵਾਲੇ, ਸੰਤਾਂ ਦੇ ਕਾਰਜਾਂ ਨੂੰ ਸੁਧਾਰਨ ਵਾਲੇ ਹੋ। ਨਮੋ ਤੋਹਿ ਸੁਆਮੀ ਰਸੰ ਬੀਰ ਰਾਚੋ। ਇਹ ਵੀਰ ਰਸ ਵਿੱਚ ਰਚੇ ਹੋਏ ਸਤਿਗੁਰੂ ਆਪ ਜੀ ਨੂੰ ਮੇਰੀ ਨਮਸਕਾਰ ਆ। ਹੁਣ ਵੀਰ ਰਸ ਵਿੱਚ ਰਚ ਜਾਓ, ਹੁਣ ਆਪਣੇ ਵੀਰ ਅਸੀਂ ਰੂਪ ਨੂੰ ਪ੍ਰਗਟ ਕਰੋ। ਮਹਾਰਾਜ ਆਪ ਜੀ ਦੇ ਉਸ ਰੂਪ ਨੂੰ ਮੇਰੀ ਨਮਸਕਾਰ ਹੈ। ਬਨੋ ਜੁਧ ਜੈਤਾ ਮਹਾਰੁਦਰ ਮਾਚੋ। ਆਪ ਯੁੱਧ ਦੇ ਜਿਤਈਆ ਬਣੋ ਮਹਾਰਾਜ, ਜੁੱਧ ਕੇ ਜਿਤਈਆ ਰੰਗ ਭੂਮ ਕੇ ਭਵਈਆ। ਮਹਾਰਾਜ ਯੁੱਧ ਦੇ ਜਿਤਈਆ ਹੋਵੋ ਔਰ ਮਹਾਰੁਦਰ ਮਾਚੋ, ਮਹਾਰੁਦਰ ਰੂਪ ਧਾਰਨ ਕਰਕੇ ਰਣ ਭੂਮੀ ਵਿੱਚ ਮਚ ਜਾਓ। ਇਸੀ ਹੇਤ ਜਾਨੋ ਆਇਓ ਤੀਰ ਤੇਰੇ। ਇਸੇ ਲਈ ਮੈਂ ਤੁਹਾਡੇ ਕੋਲ ਆਇਆ ਕਿ ਮੈਂ ਚੇਤਾ ਕਰਾਵਾਂ ਕਿ ਮਹਾਰਾਜ ਹੁਣ ਉਹ ਦਿਨ ਲੈ ਆਓ ਜਿਸ ਦਿਨ ਰਣ ਭੂਮੀ 'ਚ ਮੀਰੀ ਪੀਰੀ ਦੀਆਂ ਤਲਵਾਰਾਂ ਦੇ ਪ੍ਰਤਾਪ ਨੂੰ, ਪ੍ਰਕਾਸ਼ ਨੂੰ ਆਪ ਜੀ ਸਾਰੇ ਜਗਤ ਵਿੱਚ ਪ੍ਰਗਟ ਕਰਕੇ ਵਿਖਾਓ। ਸਵਾਦਾਨ ਹੂਜੇ ਸੁਨੋ ਬਾਕ ਮੇਰੇ। ਮਹਾਰਾਜ ਆਪ ਜੀ ਮੇਰੇ ਬਾਕ ਸੁਣੋ। ਮੇਰਾ ਆਉਣ ਦਾ ਮਤਲਬ ਇਹੀ ਹੈ ਕਿ ਮੈਂ ਆਇਆ ਤੇ ਮੇਰੇ ਆਉਂਦਿਆਂ ਹੁਣ ਲੜਾਈ ਵੀ ਆਵੇਗੀ, ਕਲਹ ਵੀ ਆਏਗੀ, ਕਿਉਂਕਿ ਮੇਰੀ ਘਰਵਾਲੀ ਹੈ ਕਲਹ। ਜਿੱਥੇ ਪਤੀ ਉੱਥੇ ਉਹਦੀ ਪਤਨੀ। ਮੇਰਾ ਆਗਮਨ ਦਾ ਮਤਲਬ ਹੀ ਇਹ ਹੈ ਵੀ ਮੇਰੀ ਘਰਵਾਲੀ ਵੀ ਪਿੱਛੇ ਪਿੱਛੇ ਕਲਹ ਵੀ ਆ ਗਈ ਹੈ। ਮਹਾਰਾਜ ਹੁਣ ਆਪ ਜੀ ਜਿਸ ਵਾਸਤੇ ਵੀਰ ਅਸੀਂ ਰੂਪ ਧਾਰਿਆ, ਸ਼ਸਤਰਧਾਰੀ ਰੂਪ ਧਾਰਿਆ, ਹੁਣ ਇਸ ਰੂਪ ਨੂੰ ਪ੍ਰਗਟ ਕਰੋ। ਦੋਹਰਾ ਇਹ ਅਸ਼ਟਕ ਉਚਰਿਓ ਜਬੈ ਬੈਠ ਉਚਾਰਨ ਫੇਰ। ਅਸ਼ਟਕ ਜਦੋਂ ਨਾਰਦ ਮੁਨੀ ਜੀ ਨੇ ਉਚਾਰਿਆ, ਸਤਿਗੁਰਾਂ ਦੇ ਸਨਮੁਖ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਵਿੱਚ ਉਚਾਰਨ ਕੀਤਾ। ਹੱਥ ਜੁੜੇ ਹੋਏ ਨਾਰਦ ਜੀ ਦੇ,
ਛੇਵੇਂ ਪਾਤਸ਼ਾਹ ਵੱਲ ਵੇਖੀ ਜਾਂਦੇ, ਥੱਲੇ ਨੀਵੇਂ ਥਾਂ ਤੇ ਸੀ। ਸਾਹਿਬ ਦਾ ਪਲੰਘਾ ਉੱਚਾ ਸੀ, ਬੈਠੇ ਨਾਰਦ ਜੀ ਵੀ ਪਲੰਘੇ ਤੇ ਸੀ, ਪਰ ਉਹ ਨੀਵਾਂ ਸੀ ਆਸਣ। ਹੱਥ ਜੋੜ ਕੇ ਉਪਮਾ ਕਰੀ ਜਾਂਦੇ, ਨਾਲੇ ਛੇਵੇਂ ਪਾਤਸ਼ਾਹ ਦੇ ਸੋਹਣੇ ਰੂਪ ਨੂੰ ਨਿਹਾਰੀ ਜਾਂਦੇ ਹਨ। ਸ਼੍ਰੀ ਨਾਨਕ ਕੀ ਬਾਰਤਾ ਕਹਿਣ ਲਗਿਓ ਤਿਸ ਬੇਰ। ਨਾਰਦ ਮੁਨੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਇੱਕ ਪ੍ਰਸੰਗ ਦਾ ਜ਼ਿਕਰ ਕੀਤਾ ਸਤਿਗੁਰਾਂ ਕੋਲ, ਕਿਉਂਕਿ ਨਾਰਦ ਜੀ ਗੁਰੂ ਨਾਨਕ ਸਾਹਿਬ ਨੂੰ ਵੀ ਮਿਲੇ ਸੀ। ਤੋ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੇ ਇੱਕ ਪ੍ਰਸੰਗ ਦਾ ਜ਼ਿਕਰ ਕੀਤਾ। ਚੌਪਈ ਮੋਦੀ ਖਾਨੇ ਸਮੋ ਬਿਤਾਇਓ। ਕਹਿਣ ਲੱਗੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮੋਦੀ ਖਾਨੇ ਵਿੱਚ ਆਪਣਾ ਸਮਾਂ ਬਤੀਤ ਕੀਤਾ। ਬਹੁਰੋ ਕਰਤਾ ਪੁਰਖ ਬੁਲਾਇਓ। ਉੱਥੋਂ ਹੀ ਕਰਤਾ ਪੁਰਖ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ ਜਦੋਂ ਵੇਈ ਨਦੀ 'ਚ ਪ੍ਰਵੇਸ਼ ਕੀਤਾ। ਬੇਈ ਬਿਖੇ ਬਰਨ ਜਬ ਕਹਿਓ। ਜਦੋਂ ਵੇਈ ਨਦੀ ਵਿੱਚ ਮਹਾਰਾਜ ਜੀ ਨੇ ਚੁੱਭਾ ਮਾਰਿਆ, 3 ਦਿਨਾਂ ਤੱਕ ਸਤਿਗੁਰੂ ਜੀ ਚੁੱਭਾ ਮਾਰ ਕੇ ਬਾਹਰ ਨਹੀਂ ਨਿਕਲੇ। ਜਾਏ ਤਾਂ ਉਪਦੇਸ਼ਨ ਲਿਓ। ਉਸ ਵੇਲੇ ਅਕਾਲ ਪੁਰਖ ਜੀ ਦੇ ਪਾਸ ਗਏ ਗੁਰੂ ਨਾਨਕ ਸਾਹਿਬ, ਨਿਰੰਕਾਰ ਦੇ ਪਾਸ ਜਾ ਕੇ ਨਮਸਕਾਰ ਕੀਤੀ ਤੇ ਅਕਾਲ ਪੁਰਖ ਜੀ ਦਾ ਉਪਦੇਸ਼ ਪ੍ਰਾਪਤ ਕੀਤਾ। ਤਬ ਤੇ ਤਜ ਕਰ ਸਕਲ ਸਮਾਜਾ। ਉਸ ਦਿਨ ਤੋਂ ਬਾਅਦ ਜਦੋਂ ਵੇਈ ਚੋਂ ਪ੍ਰਗਟ ਹੋ ਕੇ ਆਏ ਗੁਰੂ ਨਾਨਕ ਸਾਹਿਬ ਸੰਤ ਘਾਟ ਸਾਹਿਬ ਵਾਲੇ ਸਥਾਨ ਤੋਂ, ਮੋਦੀ ਖਾਨੇ ਦਾ ਕੰਮ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਛੱਡ ਦਿੱਤਾ। ਉਸੇ ਵੇਲੇ ਆਉਂਦਿਆਂ ਹੀ ਸਾਰਾ ਮੋਦੀ ਖਾਨਾ ਲੁਟਾ ਦਿੱਤਾ। ਸਿੱਖੀ ਵਿਸਤਾਰਨ ਕੋ ਕਾਜਾ। ਗੁਰ ਸਿੱਖੀ ਦਾ ਵਿਸਥਾਰ ਕਰਨ ਲਈ ਸਤਿਗੁਰੂ ਜੀ ਨੇ ਸੁਲਤਾਨਪੁਰ ਸਾਹਿਬ ਤੋਂ ਆਪਣੇ ਜੀਵਨ ਦੀ ਪਹਿਲੀ ਉਦਾਸੀ ਧਾਰਨ ਕੀਤੀ। ਦੇਸ਼ ਵਿਦੇਸ਼ ਧਰਾ ਪਰ ਫਿਰੇ। ਦੇਸ਼ਾਂ ਵਿਦੇਸ਼ਾਂ ਵਿੱਚ ਧਰਤੀ ਤੇ ਭਰਮਣ ਕੀਤਾ, ਅਨੇਕ ਥਾਵਾਂ ਤੇ ਜਾ ਕੇ ਜੀਵਾਂ ਦੀ ਕਲਿਆਣ ਕੀਤੀ। ਸੁਨ ਕਰ ਸਕਲ ਲੋਗ ਮਗ ਪਰੇ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਸੁਣਿਆ, ਸੁਣ ਕੇ ਸਭ ਸ਼ੁਭ ਮਾਰਗ ਦੇ ਪੰਥੀ ਬਣ ਗਏ। ਜਿਹੜੇ ਜਿਹੜੇ ਗੁਰੂ ਬਾਬਾ ਜੀ ਨੂੰ ਮਿਲੇ, ਭੁੱਲੇ ਹੋਏ ਭਟਕੇ ਹੋਏ ਲੋਕ, ਉਹ ਸਿੱਧੇ ਰਾਹ ਤੇ ਤੁਰ ਪਏ, ਪਰਮਾਰਥ ਦੇ ਰਸਤੇ ਦੇ, ਪਰਮੇਸ਼ਰ ਦੇ ਰਸਤੇ ਦੇ ਪੰਥੀ ਬਣ ਗਏ। ਤਿਸੀ ਰੀਤ ਤੁਮ ਬੀਚ ਕੁਟੰਬ। ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਸਾਹਿਬ ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕ ਕੇ ਗੁਰਿਆਈ ਦਿੱਤੀ। ਕਹਿੰਦੇ ਉਸ ਵੇਲੇ ਯੋਗੀ ਆਏ ਕਿ ਆਪਾਂ ਗੁਰੂ ਨਾਨਕ ਸਾਹਿਬ ਨੂੰ ਤਾਂ ਨਹੀਂ ਭਰਮਾ ਸਕੇ, ਉਹਨਾਂ ਦਾ ਚੇਲਾ ਹੈ ਗੁਰੂ ਅੰਗਦ ਦੇਵ ਸਾਹਿਬ, ਉਹਨਾਂ ਨੂੰ ਚੱਲ ਕੇ ਮਿਲੀਏ। ਹੋ ਸਕਦਾ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਸਾਡੀ ਨਹੀਂ ਮੰਨੀ, ਆਪਾਂ ਉਹਨਾਂ ਨੂੰ ਮਨਾ ਲਈਏ, ਗੁਰੂ ਅੰਗਦ ਸਾਹਿਬ ਨੂੰ ਆਪਣੇ ਨਾਲ ਜੋੜ ਲਈਏ। ਯੋਗੀ ਆਏ, ਕਹਿਣ ਲੱਗੇ ਮਹਾਰਾਜ ਤੁਸੀਂ ਕਿੰਨੇ ਵੱਡੇ ਹੋ ਕਿ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ, ਝੁਕੇ ਤੁਹਾਡੇ ਅੱਗੇ, ਕਿਸੇ ਅੱਗੇ ਨਹੀਂ ਝੁਕੇ ਪੂਰੇ ਬ੍ਰਹਮੰਡ ਵਿੱਚ, ਪਰ ਤੁਹਾਡੇ ਅੱਗੇ ਝੁਕ ਕੇ ਨਮਸਕਾਰ ਕੀਤੀ। ਉਹ ਚਾਹੁੰਦੇ ਸੀ ਵੀ ਗੁਰੂ ਸਾਹਿਬ ਦੀ ਵਡਿਆਈ ਕਰਾਂਗੇ ਤੇ ਵੇਖਦੇ ਆਂ ਵੀ ਕੀ ਰਿਐਕਸ਼ਨ ਕਰਦੇ, ਅੱਗੋਂ ਹੰਕਾਰ ਚ ਆਉਂਦੇ ਆ। ਜੇ ਆ ਗਏ ਤਾਂ ਸਮਝ ਆਵਾਂਗੇ ਵੀ ਇਹਨਾਂ ਨੂੰ ਅਸੀਂ ਆਪਣੇ ਨਾਲ ਜੋੜ ਲਾਂਗੇ। ਪਰ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦੀ ਪ੍ਰੀਤ ਇਤਨੀ, ਤੇ ਗੁਰੂ ਅੰਗਦ ਸਾਹਿਬ ਜੀ ਬੋਲੇ, ਕਹਿਣ ਲੱਗੇ ਯੋਗੀਓ ਤੁਹਾਨੂੰ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਮੇਰੇ ਅੱਗੇ ਝੁਕੇ ਹਨ, ਪਰ ਮੈਨੂੰ ਇਹ ਦੱਸਿਆ ਕਿ ਮੈਂ ਡਿੱਗਿਆ ਹੋਇਆ ਸੀ ਥੱਲੇ ਨੀਵੇਂ ਥਾਂ, ਉਹ ਝੁਕੇ ਸਨ ਕਿ ਮੈਨੂੰ ਡਿੱਗੇ ਹੋਏ ਨੂੰ ਚੁੱਕ ਕੇ ਉੱਚਾ ਕਰ ਸਕਣ। ਮੈਨੂੰ ਡਿੱਗੇ ਹੋਏ ਨੂੰ ਚੁੱਕ ਕੇ ਉੱਚਾ ਕਰ ਸਕਣ। ਉਹ ਇਸ ਲਈ ਝੁਕੇ ਸੀ, ਇਸ ਲਈ ਨਹੀਂ ਸੀ ਝੁਕੇ ਕਿ ਮੈਂ ਵੱਡਾ ਸੀ, ਮੈਂ ਉੱਚਾ ਸੀ, ਇਸ ਲਈ ਝੁਕੇ ਸੀ ਕਿ ਮੈਂ ਡਿੱਗਿਆ ਹੋਇਆ ਸੀ ਨੀਵੇਂ ਥਾਂ, ਉਹ ਮੈਨੂੰ ਚੁੱਕਣ ਲਈ ਝੁਕੇ ਸਨ, ਨਮਸਕਾਰ ਕਰਨ ਵਾਸਤੇ। ਗੁਰੂ ਅਮਰਦਾਸ ਸਾਹਿਬ ਤੋਂ ਚੱਲ ਕੇ ਮਹਾਰਾਜ ਉਹ ਜੋਤ ਇਸ ਵੇਲੇ ਆਪ ਜੀ ਵਿੱਚ ਬਿਰਾਜਮਾਨ ਹੈ। ਗੁਰੂ ਹਰਗੋਬਿੰਦ ਸਾਹਿਬ ਤੁਸੀਂ ਆਪਣੇ ਪਰਿਵਾਰ ਵਿੱਚ, ਬੱਚਿਆਂ ਵਿੱਚ, ਇਸ ਕੁਟੰਬ ਦੇ ਵਿੱਚ ਹੋ। ਯੁੱਧ ਕਰਨ ਤੇ ਧਰੀ ਬਿਲੰਬ। ਤੁਸੀਂ ਹੁਣ ਯੁੱਧ ਕਰਨ 'ਚ ਦੇਰੀ ਲਾ ਰਹੇ ਹੋ। ਤੁਸੀਂ ਆਪਣੇ ਪਰਿਵਾਰ ਵਿੱਚ ਹੋ,
ਹੁਣ ਯੁੱਧ ਕਰਨ ਵਿੱਚ ਤੁਸੀਂ ਦੇਰੀ ਲਾ ਰਹੇ ਹੋ। ਸੋ ਮੈਂ ਸਿਮਰਨ ਕੋ ਕਰਵਾਵਾਂ। ਮੈਂ ਤੁਹਾਨੂੰ ਯਾਦ ਕਰਾਉਣ ਲਈ ਆਇਆ ਹਾਂ, ਚੇਤੇ ਕਰਾਉਣ ਲਈ ਆਇਆ ਹਾਂ ਕਿ ਮਹਾਰਾਜ ਤੁਹਾਡਾ ਤਾਂ ਅਵਤਾਰ ਹੀ ਯੁੱਧ ਲੜਨ ਵਾਸਤੇ ਹੋਇਆ, ਜੰਗ ਲੜਨ ਵਾਸਤੇ ਹੋਇਆ। ਜਿਸ ਰਣ ਕੋ ਪਿਖ ਨਿਤ ਹਰ ਖਾਵਾਂ। ਉਹ ਰਣ ਭੂਮੀ ਦਾ ਜੰਗ ਜਿਸ ਨੂੰ ਵੇਖ ਕੇ ਮੈਂ ਬੜਾ ਖੁਸ਼ ਹੁੰਦਾ। ਨਾਰਦ ਜੀ ਕਹਿੰਦੇ ਜਦੋਂ ਲੜਾਈ ਹੁੰਦੀ ਆ ਨਾ, ਮੈਨੂੰ ਬੜੀ ਖੁਸ਼ੀ ਹੁੰਦੀ। ਜੰਗ ਦਾ ਮੈਦਾਨ ਜਦੋਂ ਭਖਿਆ ਹੁੰਦਾ, ਸੂਰਮੇ ਇੱਕ ਦੂਜੇ ਦੇ ਆਹੂ ਲਾਉਂਦੇ ਹੁੰਦੇ ਆ, ਤਲਵਾਰਾਂ ਚੱਲਦੀਆਂ, ਢਾਲਾਂ ਚੱਲਦੀਆਂ, ਨੇਜੇ ਬਰਛੇ ਚੱਲਦੇ ਆ, ਤੇ ਵੇਖ ਵੇਖ ਕੇ ਮੇਰਾ ਮਨ ਖਿੜਿਆ ਹੁੰਦਾ, ਖਿੜਿਆ। ਮੈਨੂੰ ਬੜੀ ਖੁਸ਼ੀ ਹੁੰਦੀ ਰਣ ਭੂਮੀ 'ਚ, ਜੰਗ ਦੇ ਮੈਦਾਨ 'ਚ ਸੂਰਮਿਆਂ ਨੂੰ ਲੜਦਿਆਂ ਵੇਖ ਕੇ। ਸੁਨ ਸਤਿਗੁਰ ਬੋਲ ਮੁਸਕਾਏ। ਜਦੋਂ ਨਾਰਦ ਨੇ ਕਿਹਾ ਨਾ ਮਹਾਰਾਜ ਮੈਂ ਚੇਤੇ ਕਰਾਉਣ ਆਇਆ ਵੀ ਜੰਗ ਲੜੋ, ਦੇਰੀ ਕਿਉਂ ਕਰਦੇ ਹੁਣ? ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮੁਸਕਰਾਏ ਤੇ ਮੁਸਕਰਾ ਕੇ ਬੋਲੇ, ਪਿਖੋ ਯੁੱਧ ਅਬ ਪਟਨ ਅਘਾਏ। ਮਹਾਰਾਜ ਜੀ ਕਹਿੰਦੇ ਨਾਰਦ ਜੀ ਬਸ ਹੁਣ ਆ ਗਿਆ ਵੇਲਾ, ਯੁੱਧ ਵੇਖਿਓ ਕਿ ਕਿਵੇਂ ਸੂਰਮੇ ਲੜ ਲੜ ਕੇ ਰੱਜਣਗੇ। ਰਹੇ ਅਲਪ ਦਿਨ ਦੇਰ ਨ ਕੋਈ। ਬਸ ਥੋੜੇ ਦਿਨਾਂ ਦਾ ਵਕਫਾ ਹੈ, ਥੋੜੇ ਦਿਨ ਬਾਕੀ ਨੇ, ਹੁਣ ਦੇਰੀ ਨਹੀਂ ਹੈ, ਬਸ ਹੁਣ ਤਿਆਰੇ ਹੋ ਹੀ ਗਏ ਨੇ। ਮਚੇ ਲੋਹ ਗਾੜੋ ਦਿਸ਼ ਦੋਈ। ਬੜਾ ਭਿਆਨਕ ਲੋਹੇ ਤੇ ਲੋਹਾ ਵੱਜੇਗਾ, ਚਿਣਗਾਂ ਨਿਕਲਣਗੀਆਂ, ਹਥਿਆਰ ਚੱਲਣਗੇ। ਤੁਝ ਕੋ ਰਾਏ ਉਡੀਕ ਤੇ ਆਗੇ। ਮਹਾਰਾਜ ਕਹਿੰਦੇ ਅਸੀਂ ਤਾਂ ਉਡੀਕਦੇ ਸੀ ਵੀ ਕਦੋਂ ਨਾਰਦ ਆਵੇ ਤੇ ਛੇੜਾ ਛਿੜੇ, ਤੂੰ ਆ ਗਿਆ, ਬਸ ਹੁਣ ਛੇੜਾ ਛਿੜ ਜਾਣਾ। ਤੇਰੇ ਆਉਣ ਦਾ ਮਤਲਬ ਹੀ ਹੈ ਨਾਰਦ ਕਿ ਜਿੱਥੇ ਤੂੰ ਆਉਣਾ ਉੱਥੇ ਜੰਗ ਛਿੜਨਾ ਹੀ ਛਿੜਨਾ। ਤੂੰ ਆ ਗਿਆ ਹੈ, ਤੇਰੀ ਉਡੀਕ ਸੀ, ਤੂੰ ਦੇਰੀ ਲਾਈ, ਅਸੀਂ ਨਹੀਂ ਦੇਰੀ ਲਾਈ। ਮਹਾਰਾਜ ਕਹਿੰਦੇ ਤੂੰ ਆਵਣ 'ਚ ਦੇਰੀ ਲਾਈ, ਹੁਣ ਤੂੰ ਆ ਗਿਆ ਤੇ ਬਸ ਹੋ ਜੂ ਕੰਮ, ਜੰਗ ਸ਼ੁਰੂ ਹੋ ਜਾਏਗਾ। ਨਾਰਦ ਆਵੇ ਕਲਹਾ ਜਾਗੇ। ਅਸੀਂ ਤਾਂ ਉਡੀਕਦੇ ਸੀ ਵੀ ਨਾਰਦ ਆਵੇ ਤੇ ਕਲਹ ਜਾਗੇ। ਕਲਹ ਕਹਿੰਦੇ ਲੜਾਈ ਨੂੰ, ਕਿ ਨਾਰਦ ਆਵੇ ਤੇ ਕਲਹ ਜਾਗ ਪਵੇ। ਕਲੀ ਕਾਲ ਕੋ ਜੰਗ ਅਖਾਰਾ। ਕਲੀ ਕਾਲ ਦਾ ਇਹ ਜੰਗ ਦਾ ਅਖਾੜਾ ਧਰਮ ਯੁੱਧ ਦਾ ਹੋਵੇਗਾ। ਨਾਰਦ ਇਹ ਜੰਗ ਜਰ ਜੋਰੂ ਤੇ ਜ਼ਮੀਨ ਪਿੱਛੇ ਨਹੀਂ ਹੋਵੇਗੀ, ਇਹ ਜੰਗ ਹੋਵੇਗੀ ਧਰਮ ਯੁੱਧ ਲਈ, ਆਪਣੇ ਸਵੈ ਧਰਮ ਦੀ ਰਾਖੀ ਲਈ, ਜ਼ਾਲਮਾਂ ਦੇ ਜ਼ੁਲਮ ਦੇ ਖਿਲਾਫ ਇਹ ਵੱਡਾ ਟਾਕਰਾ ਹੋਵੇਗਾ ਗੁਰੂ ਘਰ ਵੱਲੋਂ। ਕਰ ਦਿਖਰਾਵੋ ਸ਼ਤਰੂ ਸੰਘਾਰਾ। ਕਰਕੇ ਵਿਖਾਵਾਂਗੇ ਰਣ ਭੂਮੀ 'ਚ ਜੰਗ, ਸ਼ਤਰੂਆਂ ਦਾ ਨਾਸ਼ ਕਰਕੇ ਵਿਖਾਵਾਂਗੇ। ਅਬ ਤੇ ਜਾਗੇ ਯੁੱਧ ਬਡੇਰਾ। ਹੁਣ ਤੋਂ ਬਸ ਜਾਗ ਪਵੇਗਾ ਯੁੱਧ, ਅਸੀਂ ਸ਼ੁਰੂਆਤ ਕਰਾਂਗੇ ਔਰ ਇਹ ਯੁੱਧ ਉਦੋਂ ਤੱਕ ਮਚਦਾ ਰਹੇਗਾ ਜਦੋਂ ਤੱਕ ਭਾਰਤ ਖੰਡ ਦੀ ਭੂਮੀ ਤੋਂ ਇਹਨਾਂ ਜ਼ਾਲਮਾਂ ਦੇ ਰਾਜ ਦੀਆਂ ਜੜ੍ਹਾਂ ਨਹੀਂ ਪੁੱਟੀਆਂ ਜਾਂਦੀਆਂ। ਬੌਰ ਕਰੇ ਰਣ ਪੁੱਤਰ ਜੋ ਮੇਰਾ। ਐਵੇਂ ਅਸੀਂ ਸ਼ੁਰੂਆਤ ਕਰਾਂਗੇ, ਪਰ ਨਾਰਦ ਜੰਗ ਉਦੋਂ ਹੋਰ ਮਚੇਗਾ ਜਦੋਂ ਸਾਡਾ ਪੋਤਰਾ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰਕੇ ਆਵੇਗਾ, ਯਾਨੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਹਾਂਜੀ, ਰੁੰਡ ਮੁੰਡ ਰਣ ਥਲ ਬਿਥਰਾਵੇ। ਕਹਿੰਦੇ ਰੁੰਡੀਆਂ ਮੁੰਡੀਆਂ ਜੰਗ ਦੇ ਮੈਦਾਨ 'ਚ ਸਿਰਾਂ ਦੇ ਢੇਰਾਂ ਦੇ ਢੇਰ ਉਹ ਖਿੰਡੇ ਹੋਏ ਵਿਖਾਵਾਂਗੇ ਤੈਨੂੰ ਨਾਰਦ। ਜੋਗਨ ਗ੍ਰਿਜਨ ਰੁਦਰ ਅਗਾਵੇ। ਜੋਗਣੀਆਂ ਤੇ ਗਿੱਧਾਂ ਰੱਜ ਜਾਣਗੀਆਂ ਮਾਸ ਤੇ ਖੂਨ ਪੀ ਕੇ। ਪੁਨ ਵੱਡ ਪੰਥ ਖਾਲਸਾ ਗਰਜੇ। 10ਵੇਂ ਜਾਮੇ 'ਚ ਸਾਡੇ ਪੋਤਰੇ ਨੇ ਇਹ ਖੇਡ ਵਰਤਾਉਣੀ ਹੈ। ਜਦੋਂ ਸੱਚਖੰਡ ਚਲੇ ਜਾਣਗੇ ਇਹੋ ਜਿਹਾ ਪੰਥ ਪੈਦਾ ਕਰਕੇ ਜਾਣਗੇ ਜਿਹੜਾ ਜੰਗ ਯੁੱਧ ਵਿੱਚ ਲੜਦਿਆਂ ਲੜਦਿਆਂ ਰਣ ਭੂਮੀ ਵਿੱਚ ਵੈਰੀਆਂ ਤੇ ਜਰਵਾਣਿਆਂ ਦਾ ਨਾਸ਼ ਕਰੇਗਾ। ਤੇਜ ਤੁਰਕ ਕੋ ਤਰਜਤ ਬਰਜੇ। ਇਹਨਾਂ ਮਲੇਛਾਂ ਦੇ ਰਾਜ ਭਾਗ ਨੂੰ ਖਤਮ ਕਰ ਦੇਵੇਗਾ ਉਹ ਖਾਲਸਾ। ਦੇਖਤ ਰਹੀਏ ਜੰਗ ਕਨੇਰੇ। ਬਸ ਹੁਣ ਤੂੰ ਜੰਗ ਵੇਖਣ ਦੀ ਤਿਆਰੀ ਕਰ ਲੈ ਨਾਰਦ। ਹੁਣ ਤਾਂ ਤੂੰ ਜੰਗ ਵੇਖ ਵੇਖ ਕੇ ਰੱਜ ਜਾਏਗਾ। ਇੰਨੇ ਜੰਗ ਹੋਣਗੇ, ਇੰਨੇ ਯੁੱਧ ਹੋਣਗੇ। ਅਬ ਤੇ ਛਿਰੇ ਰਹੇ ਚਿਰ ਬੇਰੇ। ਹੁਣ ਅਸੀਂ ਛੇੜਾ ਛੇੜ ਦਿਆਂਗੇ ਜੰਗਾਂ ਦਾ, ਪਰ ਚੱਲੇਗਾ ਲੰਮੇ ਸਮੇਂ ਤੱਕ ਇਹ ਜੰਗ ਯੁੱਧ ਹੁੰਦੇ ਰਹਿਣਗੇ। ਸੁਨ ਨਾਰਦ ਆਨੰਦਤ ਹੋਵਾ। ਸੁਣ ਕੇ ਨਾਰਦ ਨੂੰ ਖੇੜਾ ਖਿੜ ਗਿਆ, ਹਿਰਦੇ ਵਿੱਚ ਆਨੰਦ ਹੀ ਆਨੰਦ ਵਰਤ ਗਿਆ। ਨਮੋ ਕਰਤ ਉਠ ਤਬੇ ਖਰੋਵਾ। ਤੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਨਾਰਦ ਜੀ ਉੱਠ ਖਲੋਤੇ। ਗਮਨਿਓ ਸੁਰਪੁਰ ਸੁਰਨ ਮਝਾਰਾ। ਔਰ ਨਾਰਦ ਜੀ ਸੁਰਪੁਰੀ ਨੂੰ ਵਾਪਸ ਚਲੇ ਗਏ। ਖਾਲਸਾ ਜੀ
ਰਣ ਭੂਮੀ 'ਚ ਲੜਨ ਵਾਲੇ ਯੋਧੇ ਇਸ ਬਿਰਤੀ ਨਾਲ ਲੜਦੇ ਕਿ ਅਸੀਂ ਸ਼ਹਾਦਤ ਦਾ ਜਾਮ ਚੁੰਮੀਏ, ਪੀਵੀਏ। ਜਦੋਂ ਮਹਾਰਾਜ ਦਾ ਜੰਗ ਹੋਇਆ ਨਾ ਖਾਲਸਾ ਜੀ, ਤੇ ਮਹਾਰਾਜ ਦੇ ਜੰਗ 'ਚ ਸਤਿਗੁਰਾਂ ਦੇ ਬਹੁਤ ਸਾਰੇ ਸਿੱਖ ਸ਼ਹੀਦੀ ਪਾ ਗਏ। ਛੇਵੇਂ ਪਾਤਸ਼ਾਹ ਦੇ ਇੱਕ ਸੇਵਕ ਸੀ ਸਤਿਗੁਰਾਂ ਦਾ, ਉਹਦਾ ਨਾਮ ਸੀ ਭਾਈ ਮੁਗਲੂ। ਉਹ ਜ਼ਖਮੀ ਪਰ ਸ਼ਹੀਦ ਨਹੀਂ ਹੋਏ। ਛੇਵੇਂ ਪਾਤਸ਼ਾਹ ਜਿਹੜੇ ਸਿੰਘ ਸ਼ਹੀਦ ਹੋ ਗਏ ਸਿੱਖ, ਉਹਨਾਂ ਦਾ ਸਿਰ ਨਾ ਆਪਣੀ ਗੋਦੀ 'ਚ ਰੱਖਦੇ, ਆਪਣੇ ਗਲ 'ਚ ਪਾਏ ਹੋਏ ਪੱਲੂ ਜਿਹੜਾ ਸਾਫਾ ਸੀ ਸਤਿਗੁਰਾਂ ਦਾ, ਉਹਦੇ ਨਾਲ ਉਹਦਾ ਮੂੰਹ ਪੂੰਝਦੇ, ਮੱਥੇ ਤੇ ਹੱਥ ਫੇਰਦੇ, ਤੇ ਜਿਹੜਾ ਅੰਗੀਠਾ ਬਣਾਇਆ ਸੀ ਨਾ ਸੰਸਕਾਰ ਲਈ, ਉੱਥੇ ਆਪ ਆਪਣੇ ਹੱਥੀਂ ਚੁੱਕ ਕੇ ਉਸ ਸਰੀਰ ਨੂੰ ਅੰਗੀਠੇ ਤੇ ਸਜਾਉਂਦੇ। ਭਾਈ ਮੁਗਲੂ ਇਹ ਵੇਖ ਕੇ ਰੋਈ ਜਾਵੇ, ਵਿਰਾਗ ਵਿੱਚ, ਅੱਖਾਂ ਸਜਲ। ਛੇਵੇਂ ਪਾਤਸ਼ਾਹ ਪੁੱਛਦੇ ਆ, ਮੁਗਲੂ ਇਹ ਸਿੱਖ ਸ਼ਹੀਦ ਹੋਏ ਨੇ, ਇਹਨਾਂ ਨੂੰ ਰੋਈਦਾ ਨਹੀਂ? ਸ਼ਹੀਦਾਂ ਨੂੰ ਨਹੀਂ ਰੋਈਦਾ, ਇਹ ਤਾਂ ਸੂਰਬੀਰ ਗਤੀ ਨੂੰ ਪ੍ਰਾਪਤ ਹੋਏ ਨੇ, ਸ਼ਹੀਦ ਸਦਾ ਹੀ ਜੀਵਤ ਨੇ। ਭਾਵੇਂ ਇਹਨਾਂ ਦੇ ਸਰੀਰ ਇੱਥੇ ਮਿੱਟੀ ਨੇ, ਪਰ ਇਹਨਾਂ ਦੀ ਹਸਤੀ ਸਦਾ ਹੈ, ਰੋਈਦਾ ਨਹੀਂ। ਕਿਉਂ ਰੋਣਾ? ਵਿਰਾਗ ਆਉਂਦਾ। ਭਾਈ ਮੁਗਲੂ ਜੀ ਕਹਿਣ ਲੱਗੇ, ਨਹੀਂ ਮਹਾਰਾਜ, ਮੈਂ ਇਸ ਕਰਕੇ ਨਹੀਂ ਰੋਂਦਾ ਵੀ ਇਹ ਸ਼ਹੀਦ ਹੋ ਗਏ ਨੇ, ਮੈਂ ਇਸ ਕਰਕੇ ਰੋਣਾ ਵੀ ਮੈਂ ਸ਼ਹੀਦ ਕਿਉਂ ਨਹੀਂ ਹੋਇਆ, ਮੈਂ ਸ਼ਹਾਦਤ ਦਾ ਜਾਮ ਕਿਉਂ ਨਾ ਪੀਤਾ। ਜੇ ਮੈਂ ਇਹਨਾਂ ਦੇ ਨਾਲ ਸ਼ਹੀਦ ਹੋਇਆ ਹੁੰਦਾ ਤੇ ਅੱਜ ਮੇਰਾ ਸਿਰ ਵੀ ਤੁਹਾਡੀ ਗੋਦੀ 'ਚ ਹੁੰਦਾ, ਤੇ ਤੁਸੀਂ ਆਪਣੇ ਸਾਫੇ ਨਾਲ ਮੇਰਾ ਮੱਥਾ ਪੂੰਝਦੇ ਹੁੰਦੇ, ਆਪਣੀ ਗੋਦ 'ਚ ਮੈਨੂੰ ਚੱਕਦੇ। ਮੈਂ ਇਸ ਕਰਕੇ ਰੋਣਾ ਵੀ ਏਡੇ ਵੱਡੇ ਉੱਚੇ ਮਰਤਬੇ ਨੂੰ ਮੈਂ ਕਿਉਂ ਨਾ ਪ੍ਰਾਪਤ ਕੀਤਾ, ਮੈਂ ਕਿਉਂ ਨਾ ਸ਼ਹੀਦ ਹੋਇਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਾਹਿਬ ਕਹਿਣ ਲੱਗੇ, ਭਾਈ ਮੁਗਲੂ ਤੂੰ ਰਣ ਭੂਮੀ 'ਚ ਸੇਵਾ ਕੀਤੀ ਆ, ਲੜਿਆ, ਪਰ ਜੇ ਤੇਰਾ ਮਨ ਇਹ ਕਹਿੰਦਾ ਕਿ ਤੇਰਾ ਸਿਰ ਸਾਡੀ ਗੋਦੀ 'ਚ ਹੋਵੇ ਜਦੋਂ ਤੂੰ ਸਰੀਰ ਤਿਆਗੇ, ਤੇ ਐਸਾ ਹੀ ਹੋਵੇਗਾ। ਛੇਵੇਂ ਪਾਤਸ਼ਾਹ ਸੱਚਖੰਡ ਚਲੇ ਗਏ, ਸਤਵੇਂ ਪਾਤਸ਼ਾਹ ਗੁਰਗੱਦੀ ਤੇ ਰਹੇ, ਅੱਠਵੇਂ ਪਾਤਸ਼ਾਹ ਗੁਰਗੱਦੀ ਤੇ ਰਹੇ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੇਲਾ ਆਇਆ। ਅਚਾਨਕ ਇੱਕ ਵਾਰੀ ਦੁਪਹਿਰ ਨੂੰ ਉੱਠੇ, ਕਹਿੰਦੇ ਚਲੋ ਸਿੱਖੋ ਚੱਲੀਏ, ਸਾਡਾ ਇੱਕ ਸੇਵਕ ਉਡੀਕ ਰਿਹਾ, ਅਸੀਂ ਛੇਵੇਂ ਜਾਮੇ 'ਚ ਉਹਨੂੰ ਬਚਨ ਕੀਤਾ ਸੀ ਕਿ ਜਦੋਂ ਤੂੰ ਸਰੀਰ ਤਿਆਗੇਂਗਾ ਤੇਰਾ ਸਿਰ ਸਾਡੀ ਗੋਦ ਵਿੱਚ ਹੋਵੇਗਾ। ਉਹਦੇ ਨਾਲ ਬਚਨ ਕੀਤਾ ਪੂਰਾ ਕਰਨ ਦਾ ਵੇਲਾ ਆ ਗਿਆ। ਨੌਵੇਂ ਪਾਤਸ਼ਾਹ ਭਾਈ ਮੁਗਲੂ ਕੋਲ ਪਹੁੰਚਦੇ, ਜਾ ਕੇ ਦਰਸ਼ਨ ਦਿੰਦੇ। ਭਾਈ ਮੁਗਲੂ ਜਪਜੀ ਸਾਹਿਬ ਦਾ ਪਾਠ ਕਰਕੇ ਨੌਵੇਂ ਪਾਤਸ਼ਾਹ ਦੀ ਗੋਦ 'ਚ ਹੀ ਲੇਟਦਾ, ਦਰਸ਼ਨ ਕਰਕੇ ਆਪਣਾ ਸਰੀਰ ਤਿਆਗ ਕੇ ਵੀਰ ਗਤੀ, ਪਰਮ ਗਤੀ ਨੂੰ ਪ੍ਰਾਪਤ ਹੁੰਦਾ। ਰਣ ਭੂਮੀ 'ਚ ਲੜ ਕੇ ਸ਼ਹੀਦ ਹੋਏ ਯੋਧਿਆਂ ਨੂੰ ਵੇਖ ਕੇ ਜਿਉਂਦੇ ਰਹਿੰਦੇ ਜਿਹੜੇ ਸਿੱਖ, ਉਹ ਇਹ ਹੀ ਸੋਚਦੇ ਵੀ ਅਸੀਂ ਕਿਉਂ ਨਹੀਂ ਸ਼ਹੀਦ ਹੋਏ, ਸਾਨੂੰ ਇਹ ਸ਼ਹਾਦਤ ਦਾ ਜਾਮ ਕਿਉਂ ਨਹੀਂ ਨਸੀਬ ਹੋਇਆ। ਇਹ ਸੀ ਸੂਰਬੀਰਤਾ ਸਿੱਖਾਂ ਦੀ, ਯੋਧਿਆਂ ਦੀ। ਛੇਵੇਂ ਪਾਤਸ਼ਾਹ ਕਹਿੰਦੇ ਇਹ ਲੰਗਰ ਹੈ, ਅਸੀਂ ਚਲਾਉਣਾ ਸ਼ਹੀਦੀ ਦਾ, ਬੜੇ ਜੰਗ ਯੁੱਧ ਹੋਣਗੇ। ਨਾਰਦ ਬੜਾ ਖੁਸ਼ ਹੋਇਆ, ਸੁਣ ਕੇ ਪ੍ਰਸੰਨ ਹੋ ਕੇ ਦੇਵਪੁਰੀ ਨੂੰ ਚਲਾ ਗਿਆ। ਗੁਰ ਪ੍ਰਸੰਗ ਤੇ ਸਰਬ ਉਚਾਰਾ, ਔਰ ਦੇਵਤਿਆਂ 'ਚ ਜਾ ਕੇ ਨਾਰਦ ਨੇ ਗੁਰੂ ਸਾਹਿਬ ਦਾ ਇਹ ਪ੍ਰਸੰਗ ਸੁਣਾਇਆ। ਦੇਵਤਿਓ ਤੁਹਾਡਾ ਧਰਮ ਰਹਿ ਜਾਏਗਾ, ਤੁਹਾਡੇ ਮੰਦਰ ਰਹਿ ਜਾਣਗੇ, ਤੁਹਾਡੀ ਪੂਜਾ ਰਹਿ ਜਾਏਗੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੰਗ ਲੜਨਗੇ। ਸੋ ਨਿਸ ਦਿਨ ਸਤਿਗੁਰੂ ਬਿਤਾਏ, ਕਹਿੰਦੇ ਉਹ ਰਾਤ ਤੇ ਉਹ ਦਿਨ ਸਤਿਗੁਰਾਂ ਨੇ ਬਤੀਤ ਕੀਤਾ ਜਿਸ ਦਿਨ ਨਾਰਦ ਮਿਲਿਆ। ਸੁਪਟ ਹਕਾਰੇ ਨਿਕਟ ਬਿਠਾਏ, ਅਗਲੇ ਦਿਨ ਸਤਿਗੁਰਾਂ ਨੇ ਸੂਰਮਿਆਂ ਨੂੰ ਸੱਦਿਆ। ਉਸੇ ਵੇਲੇ ਅਗਲੇ ਦਿਨ ਮੀਟਿੰਗ ਸੱਦੀ, ਸਾਰੇ ਸੂਰਮੇ ਬੁਲਾ ਕੇ ਮਹਾਰਾਜ ਜੀ ਕਹਿਣ ਲੱਗੇ, ਕਰੀ ਨਦਰ ਮੈਂ ਸਗਰੀ ਸੈਨਾ, ਸਾਰੀ ਸੈਨਾ ਵੱਲ ਮਹਾਰਾਜ ਜੀ ਨੇ ਨਦਰ ਕਰਕੇ, ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ। ਦੀਏ ਸ਼ਸਤਰ ਜੋ ਜਿਸ ਟਿਗ ਹੈ ਨਾ, ਮਹਾਰਾਜ ਜੀ ਸੂਰਮੇ ਵੇਖੇ ਸਾਰੇ, ਜਿਹਦੇ ਕੋਲ ਜੇ ਅਗਰ ਕੋਈ ਸ਼ਸਤਰ ਨਹੀਂ ਸੀ, ਕੋਈ ਢਿੱਲਾ ਮੱਠਾ ਸੀ ਸ਼ਸਤਰ ਕਰਕੇ, ਮਹਾਰਾਜ ਜੀ ਨੇ ਖਜ਼ਾਨੇ 'ਚ ਉਹਨਾਂ ਨੂੰ ਸ਼ਸਤਰ ਦਿੱਤੇ। ਬਖਸ਼ੇ ਤੇਗੇ
ਖੜਗ ਦੁਤਾਰੇ। ਮਹਾਰਾਜ ਜੀ ਨੇ ਤੇਗੇ ਬਖਸ਼ੇ ਸਿੱਖਾਂ ਨੂੰ। ਤੇਗੇ ਖਾਲਸਾ ਜੀ ਤੇਗਾ ਕਹਿੰਦੇ ਆ ਜਿਹੜਾ ਚੌੜੇ ਫਲ ਵਾਲਾ ਹੁੰਦਾ, 4 ਉਂਗਲਾਂ ਤੋਂ ਚੌੜਾ, ਵੱਧ ਚੌੜਾ ਹੋਵੇ, ਉਹਨੂੰ ਤੇਗਾ ਕਹਿੰਦੇ ਆ। ਕਿਉਂਕਿ ਕਿਰਪਾਨਾਂ ਦੀਆਂ ਕਈ ਕਿਸਮਾਂ ਨੇ, ਤੇਗਾ, ਗੋਲੀਏ, ਕਿਰਚਾਂ, ਸਰੋਈ, ਇਹ ਅੱਗੇ ਕਈ ਕਿਸਮਾਂ ਹੁੰਦੀਆਂ, ਕਿਰਪਾਨਾਂ ਹੀ ਨੇ, ਪਰ ਉਹਨਾਂ ਦੀ ਬਣਾਵਟ ਤੋਂ ਵੱਖੋ ਵੱਖਰੇ ਜਿਹੜੇ ਤੇਗੇ ਹੁੰਦੇ ਉਹ 4 ਉਂਗਲ ਤੋਂ ਚੌੜੇ ਵੱਧ, ਉਹ ਮਹਾਰਾਜ ਜੀ ਨੇ ਖੰਭ ਵਾਲੇ ਤੇਗੇ ਉਹ ਸਿੱਖਾਂ ਨੂੰ ਬਖਸ਼ਿਸ਼ ਕੀਤੇ। ਹਾਂਜੀ। ਦਰਮਿਆਨੇ ਚੋਰੇ ਬਡਵਾਰੇ। ਖੜਗ ਦੋ ਧਾਰੇ, 2 ਧਾਰਾਂ ਵਾਲੇ ਜਿਹੜੇ ਖੰਡੇ, ਖੜਗ ਨਾਮ ਖੰਡੇ ਦਾ, ਜਿਹਦੇ ਦੋਹਾਂ ਪਾਸੇ ਧਾਰ ਹੋਵੇ, ਉਹ ਵੀ ਬਖਸ਼ੇ। ਤੋ ਬੜੇ ਤਿੱਖੇ, ਬੜੇ ਸੁੰਦਰ ਤੇ ਚੌੜੇ, ਹਾਂਜੀ, ਬੜੇ ਬਲ ਨਾਲ ਚਲਾਉਣ ਵਾਲੇ ਹਨ। ਸੈਫ ਸਰੋਈ ਜਾਤ ਜੁਨਬੀ। ਸੈਫ ਇਹ ਵੀ ਤਲਵਾਰ ਦੀ ਇੱਕ ਕਿਸਮ ਹੈ, ਥੋੜੀ ਸਿੱਧੀ ਹੁੰਦੀ, ਉਹਨੂੰ ਸੈਫ ਕਹਿੰਦੇ ਆ। ਸਰੋਈ ਇਹ ਥੋੜੀ ਜਿਹੀ ਅੱਗੋਂ ਜਾ ਕੇ ਮੁੜਦੀ ਹੈ ਸਰੋਈ। ਆ ਰਾਜਸਥਾਨ ਦੇ ਵਿੱਚ ਸਰੋਹ ਦਾ ਇੱਕ ਵੱਡਾ ਸ਼ਹਿਰ ਹੈ, ਉਸ ਇਲਾਕੇ 'ਚ ਇਹ ਤਲਵਾਰਾਂ ਬਣਦੀਆਂ। ਤੋ ਪੁਰਾਤਨ ਸਮੇਂ 'ਚ ਉੱਥੇ ਬਣਦੀਆਂ ਸੀ, ਇਸ ਕਰਕੇ ਇਹਨਾਂ ਨੂੰ ਸਰੋਈਆਂ ਕਹਿੰਦੇ। ਉਹ ਸਰੋਈਆਂ ਮਹਾਰਾਜ ਜੀ ਨੇ ਵੰਡੀਆਂ। ਮੈਦ ਫੁਲਾਦੀ ਤੇ ਜੋਹਲੱਬੀ। ਜੁਨੱਬੀ ਜਾਤੀ ਹੈ, ਰੋਮ ਦੇ ਇਲਾਕੇ ਦੇ ਵਿੱਚ ਜੁਨਬ ਇੱਕ ਦੇਸ਼ ਹੈ, ਸ਼ਹਿਰ ਹੈ, ਉੱਥੇ ਤਲਵਾਰਾਂ ਬਣਦੀਆਂ, ਉਹਨੂੰ ਜੁਨੱਬੀ ਕਹਿੰਦੇ। ਜਿਹੜੀ ਹਲੱਬੀ, ਇਹ ਵੀ ਇੱਕ ਹਲੱਬ ਦੇਸ਼ ਸ਼ਹਿਰ ਹੈ, ਉੱਥੋਂ ਦੀਆਂ ਬਣਨ ਵਾਲੀਆਂ ਤਲਵਾਰਾਂ ਹਲੱਬੀ, ਜੁਨੱਬੀ, ਮਗਰਬੀ। ਮਹਾਰਾਜ ਕਲਗੀਧਰ ਨੇ ਦਸਮ ਗ੍ਰੰਥ ਸਾਹਿਬ 'ਚ ਇਹਨਾਂ ਦਾ ਜ਼ਿਕਰ ਕੀਤਾ। ਉਹ ਹਲੱਬ ਦੇਸ਼ ਦੀਆਂ ਬਣੀਆਂ ਹਲੱਬੀ ਤਲਵਾਰਾਂ ਵੰਡਦੇ ਨੇ। ਖੰਡੇ ਬੜੇ ਪ੍ਰਚੰਡੇ ਉਠਾਏ। ਵੱਡੇ ਵੱਡੇ ਖੰਡੇ ਮਹਾਰਾਜ ਜੀ ਨੇ, ਚੌੜੇ ਚੌੜੇ ਜਿਹੜੇ ਬੜੇ ਪ੍ਰਚੰਡ, ਉਸ ਉਠਾਏ ਸਿੱਖਾਂ ਨੇ। ਗੁਜਰਾਤੀ ਸੂਰਤ ਸਮੁਦਾਏ। ਗੁਜਰਾਤ ਦੇ ਇਲਾਕੇ ਦੀਆਂ ਬਣੀਆਂ ਤਲਵਾਰਾਂ। ਇੱਕ ਗੁਜਰਾਤ ਆਪਣੇ ਸਟੇਟ ਹੈ ਹਿੰਦੁਸਤਾਨ 'ਚ, ਇੱਕ ਗੁਜਰਾਤ ਜ਼ਿਲ੍ਹਾ ਸੀ, ਸ਼ਹਿਰ ਸੀ, ਜੋ ਲਹਿੰਦੇ ਪੰਜਾਬ 'ਚ ਹੁਣ ਚਲਾ ਗਿਆ ਪਾਕਿਸਤਾਨ 'ਚ। ਪਹਿਲਾਂ ਪੂਰੇ ਪੰਜਾਬ ਦਾ ਹਿੱਸਾ ਸੀ, ਉਹ ਵੱਡੇ ਪੰਜਾਬ ਦਾ ਹਿੱਸਾ ਸੀ। ਉਹ ਗੁਜਰਾਤ ਜ਼ਿਲ੍ਹਾ ਹੈ। ਸਾਡੇ ਬਜ਼ੁਰਗ, ਸਾਡੇ ਵਡੇਰੇ ਉਸੇ ਜ਼ਿਲ੍ਹੇ ਤੋਂ ਆਏ। ਉਸ ਜ਼ਿਲ੍ਹੇ ਦੇ ਵਿੱਚ ਤਲਵਾਰਾਂ ਬਣਦੀਆਂ ਸੀ ਬੜੀਆਂ ਸੁੰਦਰ, ਤੇ ਜਿਹੜੀਆਂ ਉਸ ਜ਼ਿਲ੍ਹੇ 'ਚ ਤਲਵਾਰਾਂ ਬਣਦੀਆਂ ਸੀ ਉਹਨਾਂ ਨੂੰ ਕਹਿੰਦੇ ਸੀ ਗੁਜਰਾਤੀ ਤਲਵਾਰਾਂ। ਉਹ ਗੁਜਰਾਤੀ ਤਲਵਾਰਾਂ 'ਚ ਨਾ ਖਾਲੀਆਂ ਪਈਆਂ ਹੁੰਦੀਆਂ, ਤਲਵਾਰ ਸਾਫ਼ ਨਹੀਂ ਹੁੰਦੀ, ਜਿਹੜੀ ਵਿੱਚ ਧਾਰ ਹੁੰਦੀ ਨਾ ਉਹਦੇ ਵਿੱਚ ਇੱਦਾਂ 3-4 ਧਾਰਾਂ ਲੰਮੀਆਂ ਖਾਲੀਆਂ ਪਈਆਂ ਹੁੰਦੀਆਂ, ਬੜੀਆਂ ਸੁੰਦਰ ਤਲਵਾਰਾਂ ਹੁੰਦੀਆਂ, ਗੁਜਰਾਤੀ ਤਲਵਾਰਾਂ ਉਹਨਾਂ ਨੂੰ ਕਹਿੰਦੇ। 6ਵੇਂ ਪਾਤਸ਼ਾਹ ਦੇ ਕੋਲ ਗੁਜਰਾਤ ਤੋਂ ਤਲਵਾਰਾਂ ਬਣ ਕੇ ਆਉਂਦੀਆਂ ਸੀ, ਉਹ ਵੀ ਮਹਾਰਾਜ ਜੀ ਨੇ ਵੰਡੀਆਂ ਸਿੱਖਾਂ ਨੂੰ। ਇਸੇ ਤਰ੍ਹਾਂ ਸੂਰਤ, ਇੱਧਰ ਜੋ ਇੱਧਰਲਾ ਗੁਜਰਾਤ ਹੈ, ਉੱਥੋਂ ਸੂਰਤ ਤੋਂ ਬਣ ਕੇ ਆਈਆਂ ਤਲਵਾਰਾਂ, ਉਹ ਵੀ ਵੰਡੀਆਂ। ਕਰਕਤਮਾ ਤੁਫੰਗਨ ਗਨ ਕੋ। ਫਿਰ ਵੱਡੀਆਂ ਵੱਡੀਆਂ ਬੰਦੂਕਾਂ ਮਹਾਰਾਜ ਜੀ ਨੇ ਉਹ ਵੰਡੀਆਂ ਹਨ। ਕੰਚਨ ਲਿਪਤ ਦਈ ਸੁਪਟਨ ਕੋ। ਜਿਹੜੀਆਂ ਬੰਦੂਕਾਂ ਨੇ ਉਹਨਾਂ ਨੂੰ ਪਿੱਛੇ ਜਿਹੜੇ ਮੁੱਠੇ ਨੇ ਨਾ ਲੱਕੜ ਦੇ, ਉਹਨਾਂ ਤੇ ਸੋਨਾ ਲੱਗਾ ਹੋਇਆ। ਜਿਹੜੀਆਂ ਨਾਲਾਂ ਨੇ ਉਹਨਾਂ ਤੇ ਸੋਨਾ ਚੜਿਆ ਹੋਇਆ। ਇੱਕ ਲਾਂਬੀ ਗੁਲਕਾਂ ਜਿਸ ਕੇਰੀ। ਲੰਮੀਆਂ ਲੰਮਛੜਾਂ ਬੰਦੂਕਾਂ, ਜਿਨ੍ਹਾਂ ਵਿੱਚ ਲੰਮੀਆਂ ਲੰਮੀਆਂ ਗੋਲੀਆਂ ਪੈਂਦੀਆਂ। ਅਧਿਕ ਦੂਰ ਤੇ ਮਾਰਤ ਬੈਰੀ। ਇਹ ਬੰਦੂਕਾਂ ਜਿਹੜੀਆਂ ਲੰਮਛੜਾਂ ਨੇ, ਇਹ ਦੂਰੋਂ ਵਾਰ ਕਰਕੇ ਦੂਰੋਂ ਹੀ ਦੁਸ਼ਮਣ ਨੂੰ ਮਾਰਦੀਆਂ ਨੇ। ਅਲਪ ਮੱਧ ਕੈ ਵੱਡ ਜੰਜੈਲ। ਛੋਟੀਆਂ ਜਿਹੜੇ ਨਿੱਕੇ ਨਿੱਕੇ ਤੋਪਾਂ ਜੀਆਂ ਹੁੰਦੀਆਂ ਨਾ, ਵੱਡੇ ਮੂੰਹ ਖੁੱਲੇ ਹੁੰਦੇ, ਉਹ 'ਚ ਖੋੜਾ ਜਿਹਾ ਗੋਲਾ ਪੈਂਦਾ, ਉਹ ਵੀ ਤਿਆਰ ਸਨ, ਮਹਾਰਾਜ ਜੀ ਨੇ ਵੰਡੀਆਂ ਸਿੱਖਾਂ ਨੂੰ। ਗਹੇ ਤਮਾਚੇ ਰਣ ਕੇ ਛੈਲ। ਫਿਰ ਤਮੰਚੇ, ਜਿਵੇਂ ਅੱਜ ਕੱਲ ਪਿਸਟਲ ਰਿਵਾਲਵਰ ਵਗੈਰਾ ਹੁੰਦੇ, ਇਦਾਂ ਪੁਰਾਣੇ ਤਮੰਚੇ ਛੋਟੇ ਕਮਰ ਕੱਸੇ 'ਚ ਪਾਉਣ ਵਾਲੇ, ਉਹ ਵੀ ਮਹਾਰਾਜ ਜੀ ਨੇ ਸੂਰਮਿਆਂ ਨੂੰ ਵੰਡੇ ਨੇ। ਤੋਮਰ ਬਰਛੀ ਸਾਂਗ ਬਿਸਾਲਾ। ਤੋਮਰ ਬਰਛੀਆਂ, ਬਰਛੇ ਤੋਂ ਛੋਟੀਆਂ ਸਾਂਗਾਂ ਜਿਹੜੀਆਂ ਬਰਛੀਆਂ ਹਨ। ਕਿਨੋ ਤਨੁਕਲੇ ਤੀਰਨ ਜਾਲਾ। ਸਾਂਗ ਬਿਸਾਲਾ ਵੱਡੇ ਬਰਛੇ, ਤੇ ਏਦਾਂ ਕਿਸੇ ਨੂੰ ਤਨਖ, ਕਿਸੇ ਨੂੰ ਤੀਰ, ਉਹ ਵੰਡੇ ਨੇ। ਗੁਲਕਾਂ ਬੋ ਬਰੂਦ ਪਰਦੀਨ। ਗੋਲੀਆਂ ਦਿੱਤੀਆਂ ਨੇ, ਬਰੂਦ ਦੇ ਕੁੱਪੇ ਹੁੰਦੇ ਸੀ ਬਣੇ ਹੋਏ,
ਉਹ ਕੁੱਪੇ ਭਰ ਭਰ ਕੇ ਬਰੂਦ ਦੇ ਦਿੱਤੇ ਨੇ। ਗਨ ਜੋਦਨ ਜਮਾ ਕਰ ਲੀਨ, ਯੋਧਿਆਂ ਨੇ ਸਾਰੇ ਸ਼ਸਤਰ ਅਸਤਰ ਜਮਾ ਕਰ ਲਏ ਆਪਣੇ ਕੋਲ। ਹਰੇ ਤਬੇਲਾ ਵਿਖੇ ਤੁਰੰਗ, ਤਬੇਲੇ 'ਚ ਮਹਾਰਾਜ ਜੀ ਦੇ ਘੋੜੇ ਬਹੁਤ ਖੜੇ ਸਨ। ਕਰੇ ਸਜਾਵਨ ਜ਼ੀਨਨ ਸੰਗ, ਘੋੜੇ ਸਜਾਏ ਨੇ ਕਾਠੀਆਂ ਦੇ ਨਾਲ। ਜਿਸ ਟਿਗਨੇ ਤਿਸ ਕੋ ਤਬ ਦੀਨਾ, ਜਿਹਦੇ ਕੋਲ ਘੋੜਾ ਨਹੀਂ ਸੀ ਮਹਾਰਾਜ ਜੀ ਨੇ ਉਹਨਾਂ ਨੂੰ ਘੋੜਾ ਦਿੱਤਾ। ਫੇਰਤ ਸੂਰ ਅਰੂੜ ਪ੍ਰਭੀਨਾ, ਸੂਰਮੇ ਘੋੜੇ ਫੇਰਦੇ ਨੇ ਤੇ ਬੜੇ ਸੁੰਦਰ ਢੰਗ ਨਾਲ ਘੋੜਿਆਂ ਨੂੰ ਫੇਰ ਕੇ ਲਿਆਉਂਦੇ ਨੇ। ਕਰੇ ਸ਼ਿਕਾਰ ਬ੍ਰਿਤ ਸਮੁਦਾਏ, ਸ਼ਿਕਾਰ ਦੀ ਬਿਰਤੀ ਰੱਖ ਕੇ ਸ਼ਿਕਾਰ ਖੇਡਦੇ ਨੇ, ਸ਼ਸਤਰਾਂ ਦਾ ਅਭਿਆਸ ਕਰਦੇ ਨੇ। ਰਹੋ ਤਿਆਰ ਨਿਜ ਸਾਜ ਬਣਾਏ, ਮਹਾਰਾਜ ਜੀ ਨੇ ਹੁਕਮ ਕੀਤਾ ਤਿਆਰਾ ਰੱਖਿਓ ਭਾਈ ਸਿੱਖੋ, ਹੁਣ ਕਦੇ ਵੀ ਜੰਗ ਛਿੜ ਸਕਦਾ। ਇਮ ਸਤਗੁਰ ਸਭ ਸੁਨ ਕੈ ਦੀਨਾ, ਮਹਾਰਾਜ ਜੀ ਨੇ ਸਾਰੇ ਸੂਰਮਿਆਂ ਨੂੰ ਹੁਕਮ ਕਰ ਦਿੱਤਾ, ਕਹਿ ਦਿੱਤਾ ਵੀ ਜੰਗ ਯੁੱਧ ਦਾ ਸਮਾਂ ਹੋਣ ਵਾਲਾ ਹੈ। ਚਲੇ ਦੂਰ ਕਿਤ ਸੁਪਟਨ ਚੀਨਾ, ਮਹਾਰਾਜ ਜੀ ਨੇ ਸੂਰਮਿਆਂ ਨੂੰ ਸਮਝਿਆ, ਨਾਲ ਸੂਰਮਿਆਂ ਸਮਝਿਆ ਵੀ ਸ਼ਾਇਦ ਕਿਤੇ ਦੂਰ ਜਾ ਕੇ ਲੜਨਾ ਹੋਣਾ, ਕਿਤੇ ਬਾਹਰ ਜਾ ਕੇ ਜੰਗ ਯੁੱਧ ਹੋਣਾ, ਪਰ ਸਤਿਗੁਰਾਂ ਨੂੰ ਪਤਾ ਸੀ ਕੀ ਖੇਡ ਹੈ। ਮਹਾਰਾਜ ਜੀ ਨੇ ਕਿਹਾ ਵੀ ਤਿਆਰੀ ਰੱਖੋ, ਬਸ ਜੰਗ ਕਿਤੇ ਵੀ ਹੋ ਸਕਦਾ ਹੈ। ਵਿਆਹ ਕਰਨ ਕੀ ਦੇਰ ਲਖੀਜੇ, ਬਸ ਹੁਣ ਵਿਆਹ ਕਰਨ ਦੀ ਦੇਰੀ ਹੈ। ਗੁਰੂ ਚੜੇ ਕਿਤ ਦੂਰ ਜਨੀਜੇ, ਇਹ ਸੋਚਦੇ ਵੀ ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ ਵੀ ਉਸ ਤੋਂ ਬਾਅਦ ਯੋਧੇ ਸੋਚਦੇ ਵੀ ਕਿਤੇ ਦੂਰ ਜਾਣਾ ਹੋਣਾ, ਲਾਹੌਰ ਜਾ ਕੇ ਹਮਲਾ ਕਰਨਾ ਜਾਂ ਕਿਤੇ ਦਿੱਲੀ ਜਾ ਕੇ ਹਮਲਾ ਕਰਨਾ ਹੋਣਾ। ਸਿੱਖ ਇਹ ਸੋਚ ਰਹੇ ਸੀ ਯੋਧੇ। ਤਿਆਰੀ ਕਰੀ ਚਮੂ ਕੀ ਕਨੀ, ਉਹ ਸੂਰਮਿਆਂ ਨੇ ਉਸੇ ਤਰ੍ਹਾਂ ਤਿਆਰੀਆਂ ਕਰ ਲਈਆਂ ਯੋਧਿਆਂ ਨੇ। ਨੈ ਆਗ ਕਬਹੂ ਇਮ ਬਨੀ, ਪਰ ਅੱਗੋਂ ਕਦੇ ਪਹਿਲਾਂ ਇਦਾਂ ਹੋਇਆ ਨਹੀਂ ਸੀ, ਗੁਰੂ ਘਰ 'ਚ ਕਦੇ ਜੰਗ ਯੁੱਧ ਨਹੀਂ ਸੀ ਹੋਇਆ। ਇਮ ਜੋਧਾ ਮਿਲੇ ਆਪਸ ਮਾਈ, ਇਦਾਂ ਯੋਧੇ ਆਪਸ ਵਿੱਚ ਗੱਲਾਂ ਕਰਦੇ ਨੇ, ਮਨ ਅਨੁਮਾਨ ਕਰੇ ਵਿਦਵਾਈ, ਅਨੁਮਾਨ ਲਾਉਂਦੇ ਨੇ ਵੀ ਕਿਵੇਂ ਹੋਵੇਗਾ ਜੰਗ। ਹਿਤ ਵਿਆਹ ਕੇ ਚਰੇ ਕਰਾਹੇ, ਉਧਰ ਵਿਆਹ ਵਾਸਤੇ ਕੜਾਏ ਚੜੇ ਹੋਏ ਨੇ, ਵਿਆਹ ਦੀਆਂ ਤਿਆਰੀਆਂ। ਇੱਧਰ ਗੁਰੂ ਸਾਹਿਬ ਕਹਿੰਦੇ ਜੰਗ ਦੀਆਂ ਤਿਆਰੀਆਂ ਕਰੋ। ਗਨ ਪਕਵਾਨ ਪਕੇ ਘਰ ਮਾਏ, ਘਰ 'ਚ ਕਈ ਤਰ੍ਹਾਂ ਦੇ ਪਕਵਾਨ ਬਣ ਰਹੇ ਨੇ। ਮੋਦਕ ਨੁਗਦੀ ਖੁਰਮੇ ਬਰੇ, ਲੱਡੂ ਬਣ ਰਹੇ ਨੇ, ਖੁਰਮੇ ਜਿਹੜੇ ਨੇ ਉਹ ਤਿਆਰ ਹੋ ਰਹੇ ਨੇ, ਸ਼ੱਕਰਪਾਰੇ ਤਿਆਰ ਹੋ ਰਹੇ ਨੇ। ਬ੍ਰਿੰਦ ਜਲੇਬ ਨੀਕ ਬਿਦ ਕਰੇ, ਨੁਗਦੀ ਬੂੰਦੀਆਂ ਬਣ ਰਹੀਆਂ, ਜਲੇਬੀਆਂ ਤਿਆਰ ਹੋ ਰਹੀਆਂ ਨੇ। ਕੇਵਰ ਕਨੇ ਕ੍ਰਿਤ ਕੋ ਲਾਏ, ਘੇਵਰ ਬਣ ਰਹੇ ਨੇ ਜਿਨ੍ਹਾਂ 'ਚ ਬਹੁਤ ਘਿਓ ਪਾ ਕੇ ਤਿਆਰ ਕੀਤੇ ਨੇ। ਕਰੇ ਵਿਸਾਲ ਸਿਤਾ ਬਹੁ ਪਾਏ, ਕਹਿੰਦੇ ਵੱਡੇ ਵੱਡੇ ਘੇਵਰ ਤਿਆਰ ਕੀਤੇ ਜਿਨ੍ਹਾਂ 'ਚ ਖੰਡ ਪਾਈ ਹੋਈ ਬਹੁਤੀ। ਕੌਣ ਕੌਣ ਗਿਨੀਏ ਪਕਵਾਨ, ਕਿਹੜਾ ਕਿਹੜਾ ਪਕਵਾਨ ਗਿਣੀਏ ਜਿਹੜਾ ਗੁਰੂ ਘਰ ਤਿਆਰ ਹੋ ਰਿਹਾ। ਕੋਸ਼ਟ ਪਰਤ ਜਾਤ ਸੁਚ ਥਾਨ, ਕਹਿੰਦੇ ਕੋਠੇ ਭਰੇ ਜਾ ਰਹੇ ਨੇ ਵੀ ਬਰਾਤ ਆਉਣੀ ਹੈ, ਸੰਗਤ ਆਉਣੀ ਹੈ। ਜਬ ਕੀ ਗੰਗ ਪਰਲੋਕ ਪਧਾਰੀ, ਜਦੋਂ ਦੇ ਮਾਤਾ ਗੰਗਾ ਜੀ ਸੱਚਖੰਡ ਗਏ ਨੇ, ਸਭ ਦਮੋਦਰੀ ਕਾਰ ਸੰਭਾਰੀ, ਘਰ ਦੀ ਸਾਰੀ ਜ਼ਿੰਮੇਵਾਰੀ ਵੱਡੇ ਮਾਤਾ ਦਮੋਦਰੀ ਜੀ ਨੇ ਸਾਂਭੀ ਹੈ। ਦਾਸੀ ਦਾਸ ਆਦ ਨਰ ਕਰਤੇ, ਜਿੰਨੇ ਘਰ ਦੇ ਦਾਸੀਆਂ ਦਾਸ ਨੇ ਤਿਸੇ ਅਨੁਸਾਰ ਰਹੇ ਉਰ ਡਰ ਕੇ, ਉਹ ਮਾਤਾ ਦਮੋਦਰੀ ਜੀ ਦੀ ਆਗਿਆ 'ਚ ਚੱਲਦੇ, ਕਿਉਂਕਿ ਵੱਡੇ ਹੁਣ ਮਾਤਾ ਜੀ ਨੇ ਦਮੋਦਰੀ ਜੀ, ਪਹਿਲਾਂ ਮਾਤਾ ਗੰਗਾ ਜੀ ਸਨ। ਹਾਂਜੀ, ਸਭ ਪਕਵਾਨ ਧਰਾਵਤ ਜਾਤੀ, ਮਾਤਾ ਦਮੋਦਰੀ ਜੀ ਸਾਰੇ ਪਕਵਾਨ ਤਿਆਰ ਕਰਾ ਕੇ ਰੱਖ ਰਹੇ ਨੇ। ਜਾਣੇ ਖੈ ਹੈ ਬ੍ਰਿੰਦ ਬਰਾਤੀ, ਜਾਣਦੇ ਨੇ ਵੀ ਬਰਾਤੀਆਂ ਨੇ ਖਾਣੇ ਨੇ ਪਕਵਾਨ। ਕ੍ਰਿਤ ਸਿਤਾ ਅਨ ਕਨੇਰੇ, ਉਹ ਖੰਡ ਸਹਿਤ ਕਈ ਤਰ੍ਹਾਂ ਦੇ ਅੰਨ ਬਣੇ ਨੇ। ਕਮੀ ਨ ਕਛੂ ਵਸਤੂ ਬੋ ਤੇਰੇ, ਕਿਤੇ ਕਮੀ ਨਹੀਂ, ਇੰਨੀਆਂ ਵਸਤੂਆਂ ਤਿਆਰ ਹੋਈਆਂ। ਨਿਤ ਸੰਭਾਰਤ ਅਧਿਕ ਕਰਾਵੇ, ਨਿਤ ਸੰਭਾਲ ਕਰਦੇ ਬਹੁਤ ਸਾਰੀਆਂ ਪਕਵਾਨ ਤਿਆਰ ਹੁੰਦੇ ਹਨ। ਬ੍ਰਿੰਦ ਮਨੁਜ ਸ਼ੁਭ ਪਾਕ ਬਣਾਵੇ, ਕਈ ਰਸੋਈਏ ਲੱਗੇ ਹੋਏ ਨੇ ਰਸੋਈ ਤਿਆਰ ਕਰਨ ਵਾਸਤੇ। ਤੋ ਇਉਂ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਧਰ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ ਬੀਬੀ ਵੀਰੋ ਜੀ ਦੀਆਂ, ਉਧਰ ਨਾਲ ਜੰਗ ਯੁੱਧ ਦੀਆਂ ਤਿਆਰੀਆਂ ਹੋ ਰਹੀਆਂ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਦੀ ਧਾਰਾ ਆਧਾਰ ਹੈ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਏ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।